गुड इवनिंग मैम। गुड इवनिंग। हाँ जी बेटे, ਅਸੀਂ करिए स्टार्ट। हाँ जी मैम। चलिए, गुड इवनिंग बच्चों। ये ਜਿਹੜੀ ਤੁਹਾਡਾ ਲੈਸਨ ਹੈ ਇਹ ਮੈਂ ਹੀ ਕਰ ਰਹੀ ਹਾਂ। ਤਾਂ ਸੀ YouTube ਤੇ ਪਾਉਣ ਦੇ ਲਈ, ਬਟ ਹੋਇਆ ਹੈ ਕਿ ਪਤਾ ਨਹੀਂ ਕਿਸੇ ਕਾਰਨ ਉਹ ਨਹੀਂ ਪੈ ਸਕਿਆ। तो चलो ਅਸੀਂ ਪਾਰਟੀ ਸਿਸਟਮ ਵਾਲਾ ਚੈਪਟਰ ਜਿਹੜਾ ਹੈ ਅਸੀਂ ਆਪਣਾ ਕੰਪਲੀਟ ਕਰਾਂਗੇ। ਫਸਟ ਪਾਰਟ ਪਾਰਟੀ ਸਿਸਟਮ ਦਾ ਫਸਟ ਪਾਰਟ ਬੱਚੇ ਮੈਂ ਤੁਹਾਨੂੰ ਪਾ ਚੁੱਕੀ ਹਾਂ YouTube ਦੇ ਉੱਤੇ। ਸੋ ਸੈਕਿੰਡ ਪਾਰਟ ਹੁਣ ਅਸੀਂ ਕਰਾਂਗੇ। ਸੈਕਿੰਡ ਪਾਰਟ ਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਦਲ ਪ੍ਰਣਾਲੀ ਜਿਹੜੀ ਹੈ ਤਿੰਨ ਤਰ੍ਹਾਂ ਦੀ ਹੈ। ਠੀਕ ਹੈ ਜੀ, ਇੱਕ ਦਲੀ ਪ੍ਰਣਾਲੀ, ਦੋ ਦਲੀ ਪ੍ਰਣਾਲੀ ਔਰ ਬਹੁਦਲੀ ਪ੍ਰਣਾਲੀ। ਸੋ ਇੱਕ ਦਲੀ ਪ੍ਰਣਾਲੀ ਅਸੀਂ ਕਰ ਲਈ ਸੀ, ਵਨ ਪਾਰਟੀ ਸਿਸਟਮ, ਜਦੋਂ ਦੇਸ਼ ਵਿੱਚ ਇੱਕੋ ਇੱਕ ਰਾਜਨੀਤਿਕ ਦਲ ਹੋਵੇ, ਉਹ ਦਲ ਬਣਾਉਣ ਦੇ ਕਾਬਿਲ ਹੋਵੇ ਜਾਂ ਤਾਂ ਕੋਈ ਹੋਰ ਦਲ ਹੋਵੇ ਹੀ ਨਾ, ਜੇ ਹੋਵੇ ਤਾਂ ਉਹ ਸਰਕਾਰ ਬਣਾਉਣ ਦੇ ਕਾਬਿਲ ਨਾ ਹੋਵੇ। ਮਤਲਬ ਇਟ ਇਜ਼ ਪੋਸੀਬਲ ਕਿ ਹੋਰ ਦਲ ਹੋ ਸਕਦੇ ਹੈ, ਬਟ ਉਹ ਇੰਨੇ ਕੁ ਪਾਵਰਫੁਲ ਨਹੀਂ ਹੁੰਦੇ ਕਿ ਉਹ ਗਵਰਨਮੈਂਟ ਫਾਰਮ ਕਰ ਸਕਣ। ਸੋ ਇਸ ਤਰ੍ਹਾਂ ਦੀ ਜਿਹੜੀ ਪ੍ਰਣਾਲੀ ਹੈ ਉਸਨੂੰ ਇੱਕ ਦਲੀ ਪ੍ਰਣਾਲੀ ਕਿਹਾ ਜਾਂਦਾ ਹੈ। ਜਦੋਂ ਵੀ ਤੁਹਾਨੂੰ ਕੁਐਸਚਨ ਆ ਜਾਏ ਕਿ ਇੱਕ ਦਲੀ ਪ੍ਰਣਾਲੀ, ਤਾਂ ਕਈ ਬੱਚੇ ਲਿਖ ਦਿੰਦੇ ਨੇ ਕਿ ਇੱਕ ਦਲੀ ਪ੍ਰਣਾਲੀ ਉਹ ਹੁੰਦੀ ਹੈ ਜਿਸ ਵਿੱਚ ਇੱਕੋ ਇੱਕ ਦਲ ਹੁੰਦਾ ਹੈ। ਇਹ ਨਹੀਂ ਲਿਖਣਾ ਬੇਟੇ, ਇਹ ਲਿਖਣਾ ਹੈ ਜਿਸ ਵਿੱਚ ਇੱਕ ਦਲ ਹੁੰਦਾ ਹੈ। ਠੀਕ ਹੈ ਜੀ, ਇੱਕ ਦਲ ਸਰਕਾਰ ਬਣਾਉਣ ਦੇ ਕਾਬਿਲ ਹੁੰਦਾ ਹੈ, ਜਾਂ ਤਾਂ ਕੋਈ ਹੋਰ ਦਲ ਨਹੀਂ ਹੁੰਦਾ, ਜੇ ਹੁੰਦਾ ਹੈ ਤਾਂ ਸਰਕਾਰ ਬਣਾਉਣ ਦੇ ਕਾਬਿਲ ਨਹੀਂ ਹੁੰਦਾ। ਠੀਕ ਹੈ ਜੀ, ਉਹਦੀ ਐਗਜ਼ਾਮਪਲ ਬੱਚੇ ਮੈਂ ਤੁਹਾਨੂੰ ਲਿਖਾਤੀ ਸੀਗੀ। ਰਸ਼ੀਆ ਉਹਦੀ ਐਗਜ਼ਾਮਪਲ ਹੈ, ਚਾਈਨਾ ਉਹਦੀ ਐਗਜ਼ਾਮਪਲ ਹੈ। ਦੋਨਾਂ ਦੇਸ਼ਾਂ ਦੇ ਵਿੱਚ ਕਮਿਊਨਿਸਟ ਪਾਰਟੀ ਆਫ ਚਾਈਨਾ, ਕਮਿਊਨਿਸਟ ਪਾਰਟੀ ਆਫ ਰਸ਼ੀਆ। ਠੀਕ ਹੈ ਜੀ, ਉਸ ਤੋਂ ਅਗਲੀ ਚੀਜ਼ ਮੈਂ ਦੱਸੀ ਸੀ ਕਿ ਕਈ ਵਾਰ ਤਾਨਾਸ਼ਾਹੀ ਦੇਸ਼ਾਂ ਦੇ ਵਿੱਚ ਵੀ ਤਾਨਾਸ਼ਾਹ ਵੀ ਆਪਣੀ ਪਾਰਟੀ ਤੋਂ ਇਲਾਵਾ ਹੋਰ ਕਿਸੇ ਪਾਰਟੀ ਨੂੰ ਅੱਗੇ ਨਹੀਂ ਆਉਣ ਦਿੰਦਾ। ਸੋ ਤਾਨਾਸ਼ਾਹੀ ਦੇਸ਼ਾਂ ਵਿੱਚ ਵੀ ਆਪਣੇ ਉੱਤਰੀ ਕੋਰੀਆ ਦੇ ਕਿੰਗ ਜੌਨ ਨੇ, ਉਹ ਵੀ ਕਿਸੇ ਨੂੰ ਅੱਗੇ ਨਹੀਂ ਆਉਣ ਦਿੰਦੇ। ਸੋ ਇਦਾਂ ਦੀ ਐਗਜ਼ਾਮਪਲ ਵੀ ਸਾਡੇ ਸਾਹਮਣੇ ਆ ਸਕਦੀ ਹੈ। ਸੈਕਿੰਡ ਵਨ ਇਜ਼, ਦੂਸਰੀ ਤਰ੍ਹਾਂ ਦੀ ਪ੍ਰਣਾਲੀ ਹੈ ਦੋ ਦਲੀ ਪ੍ਰਣਾਲੀ, ਜਿਹਨੂੰ ਆਪਾਂ ਬਾਈ ਪਾਰਟੀ ਸਿਸਟਮ ਕਹਿੰਦੇ ਆ। ਸੋ ਦੋ ਦਲੀ ਪ੍ਰਣਾਲੀ, ਬਾਈ ਪਾਰਟੀ ਸਿਸਟਮ ਕੀ ਹੈ ਕਿ ਬਾਈ ਪਾਰਟੀ ਦੇ ਵਿੱਚ ਦੋ ਦਲ ਹੁੰਦੇ ਨੇ। ਕਿ ਜਦੋਂ ਦੇਸ਼ ਵਿੱਚ ਦੋ ਵੱਡੇ ਰਾਜਨੀਤਿਕ ਦਲ ਹੁੰਦੇ ਹਨ, ਕਦੇ ਪਾਵਰ ਇੱਕ ਦੇ ਹੱਥ ਵਿੱਚ ਆ ਜਾਂਦੀ ਹੈ, ਕਦੇ ਪਾਵਰ ਦੂਸਰੇ ਦੇ ਹੱਥ ਵਿੱਚ ਆ ਜਾਂਦੀ ਹੈ। ਇੱਕ ਦਲ ਮਜ਼ਬੂਤ ਸਰਕਾਰ ਬਣਾ ਲੈਂਦਾ ਹੈ ਤੇ ਦੂਸਰਾ ਦਲ ਮਜ਼ਬੂਤ ਵਿਰੋਧੀ ਦਲ ਬਣ ਜਾਂਦਾ ਹੈ। ਇੱਥੇ ਵੀ ਇਹ ਨਹੀਂ ਪੋਸੀਬਲ ਕਿ ਕੋਈ ਹੋਰ ਦਲ ਹੋਣ ਨਾ, ਹੋ ਸਕਦੇ ਨੇ, ਪਰ ਜਿਹੜੀ ਪਾਵਰ ਹੈ ਉਹ ਹਮੇਸ਼ਾ ਦੋ ਦਲਾਂ ਦੇ ਹੱਥ ਵਿੱਚ ਰਹਿੰਦੀ ਹੈ। ਠੀਕ ਹੈ, ਮੇਰੀ ਗੱਲ ਫੋਲੋ ਕਰਕੇ, ਕਿ ਇੱਕ ਦਲੀ ਵਿੱਚ ਤਾਂ ਪਾਵਰ ਇੱਕੋ ਦਲ ਦੇ ਦਾ ਹੱਥ ਵਿੱਚ ਰਹਿੰਦੀ ਹੈ। ਦੋ ਦਲੀ ਚ ਕੀ ਹੁੰਦਾ ਹੈ ਕਿ ਪਾਵਰ ਹਮੇਸ਼ਾ ਸ਼ੇਅਰਿੰਗ ਬੇਸ ਤੇ ਹੁੰਦੀ ਹੈ। ਅੱਜ ਇੱਕ ਪਾਰਟੀ ਨੇ ਸਰਕਾਰ ਬਣਾ ਲਈ, 5 ਸਾਲ ਉਹ ਚੱਲੇ ਜਾਂ 4 ਸਾਲ ਚੱਲੇ, ਉਸ ਤੋਂ ਬਾਅਦ ਉਹ ਪਾਰਟੀ ਤੋਂ ਬਾਅਦ ਅਗਲੀ ਵਾਰ ਲੋਕਾਂ ਨੇ ਦੂਜੀ ਪਾਰਟੀ ਨੂੰ ਮੌਕਾ ਦੇ ਦਿੱਤਾ। ਸੋ ਸਰਕਾਰ ਜਿਹੜੀ ਬਣਦੀ ਹੈ ਉਹ ਵੀ ਬੜੀ ਮਜ਼ਬੂਤ ਬਣਦੀ ਹੈ, ਤੇ ਜਿਹੜੇ ਅਸੀਂ ਕਹਿ ਸਕਦੇ ਹਾਂ ਵਿਰੋਧੀ ਪਾਰਟੀ ਹੈ ਉਹ ਵੀ ਬਹੁਤ ਮਜ਼ਬੂਤ ਹੁੰਦੀ ਹੈ। ਸੋ ਬਾਈ ਪਾਰਟੀ ਨੂੰ ਆਪਾਂ ਕਹਿੰਦੇ ਹਾਂ ਦੋ ਦਲੀ ਪ੍ਰਣਾਲੀ, ਬਾਈ ਪਾਰਟੀ ਸਿਸਟਮ, ਵੈਨ ਦਾ ਪੋਲੀਟੀਕਲ ਪਾਵਰ ਇਜ਼ ਇਨ ਦਾ ਹੈਂਡਸ ਆਫ ਟੂ ਮੇਜਰ ਪੋਲੀਟੀਕਲ ਪਾਰਟੀਜ਼। ਆਲਟਰਨੇਟਿਵਲੀ ਵੀ ਕਰ ਸਕਦੇ, ਇਹ ਵੀ ਹੋ ਸਕਦਾ ਕਿ 5 ਸਾਲ ਲਈ ਇੱਕ ਸਰਕਾਰ ਚੁਣੀ ਜਾਵੇ ਤੇ 5 ਸਾਲ ਬਾਅਦ ਉਹ ਬੜਾ ਵਧੀਆ ਕੰਮ ਕਰੇ, ਅਗਲੀ ਵਾਰੀ ਫਿਰ ਲੋਕ ਉਸਨੂੰ ਚੁਣ ਲੈਣ। ਇਹ ਵੀ ਹੋ ਸਕਦਾ ਹੈ ਕਿ ਜੇ ਉਹ ਨਹੀਂ ਵਧੀਆ ਕੰਮ ਕਰੇ ਤਾਂ ਲੋਕਾਂ ਕੋਲ ਚੁਆਇਸ ਹੁੰਦੀ ਹੈ, ਲੋਕੀ ਦੂਸਰਾ ਦਲ ਅਪਣਾ ਲੈਂਦੇ ਹੈ। ਠੀਕ ਹੈ ਬੱਚੇ, ਇਸ ਨੂੰ ਆਪਾਂ ਕਹਿੰਦੇ ਹਾਂ ਦੋ ਦਲੀ ਪ੍ਰਣਾਲੀ। ਸੋ ਦੋ ਦਲੀ ਪ੍ਰਣਾਲੀ ਦੀਆਂ ਐਗਜ਼ਾਮਪਲ ਤੁਸੀਂ ਯਾਦ ਰੱਖਣੀਆਂ, ਵੈਰੀ ਵੈਰੀ ਇੰਪੋਰਟੈਂਟ ਹੈ। ਤੁਹਾਨੂੰ ਇਹਦੇ ਤੇ ਕੁਐਸਚਨ ਆਮ ਤੌਰ ਤੇ ਆ ਜਾਂਦਾ ਹੈ ਕਿ ਦੋ ਦਲੀ ਪ੍ਰਣਾਲੀ ਨੋਟ ਕਰ ਲਓ। ਅਮਰੀਕਾ ਅਤੇ ਇੰਗਲੈਂਡ, ਦੋ ਵੱਡੇ ਦੇਸ਼ਾਂ ਦੇ ਮੈਂ ਨਾਮ ਦੱਸ ਰਹੀ ਹਾਂ, ਅਮਰੀਕਾ ਅਤੇ ਇੰਗਲੈਂਡ ਦੇ ਵਿੱਚ ਹੈ, ਤੁਸੀਂ ਨੋਟ ਕਰ ਸਕਦੇ ਹੋ। ਅਮਰੀਕਾ ਦੇ ਦੋ ਦਲਾਂ ਦੇ ਨਾਮ ਪੁੱਛੇ ਜਾ ਸਕਦੇ ਆ। ਅਮਰੀਕਾ ਦੇ ਦੋ ਦਲਾਂ ਦੇ ਨਾਮ ਹੈ ਡੈਮੋਕ੍ਰੈਟਿਕ ਪਾਰਟੀ ਐਂਡ ਰਿਪਬਲਿਕਨ ਪਾਰਟੀ। ਨੋਟ ਕਰ ਲਓ, ਡੈਮੋਕ੍ਰੈਟਿਕ ਪਾਰਟੀ ਐਂਡ ਰਿਪਬਲਿਕਨ ਪਾਰਟੀ। ਠੀਕ ਹੈ ਜੀ, ਤੇ ਦੂਸਰੇ ਪਾਸੇ ਇੰਗਲੈਂਡ ਦੇ ਦੋ ਦਲਾਂ ਦੇ ਨਾਮ ਲਿਖ ਲਓ, ਲੇਬਰ ਪਾਰਟੀ ਐਂਡ ਕੰਜ਼ਰਵੇਟਿਵ ਪਾਰਟੀ। ਲੇਬਰ ਪਾਰਟੀ ਐਂਡ ਕੰਜ਼ਰਵੇਟਿਵ ਪਾਰਟੀ। ਮੈਂ ਪੰਜਾਬੀ ਚ ਵੀ ਦੱਸ ਦਿੰਦੀ ਹਾਂ, ਮਜ਼ਦੂਰ ਦਲ ਅਤੇ ਰੂੜੀਵਾਦੀ ਦਲ। ਅਮਰੀਕਾ ਦੇ ਦੋ ਦਲਾਂ ਦੇ ਨਾਮ ਲੋਕਤੰਤਰੀ ਦਲ ਅਤੇ ਗਣਤੰਤਰੀ ਦਲ, ਡੈਮੋਕ੍ਰੈਟਿਕ ਪਾਰਟੀ ਐਂਡ ਰਿਪਬਲਿਕਨ ਪਾਰਟੀ। ਤੇ ਇੰਗਲੈਂਡ ਦੀ ਜੇ ਆਪਾਂ ਗੱਲ ਕਰੀਏ ਤਾਂ ਰੂੜੀਵਾਦੀ ਦਲ, ਕੰਜ਼ਰਵੇਟਿਵ ਪਾਰਟੀ, ਕੰਜ਼ਰਵੇਟਿਵ ਮੈਨੇ ਜਿਹੜੇ ਪੁਰਾਣੇ ਰੀਤੀ ਰਿਵਾਜਾਂ ਨੂੰ, ਪੁਰਾਣੀਆਂ ਚੀਜ਼ਾਂ ਨੂੰ ਲੈ ਕੇ ਚੱਲਦੇ ਨੇ, ਤੇ ਲੇਬਰ ਪਾਰਟੀ, ਮਜ਼ਦੂਰ ਦਲ। ਸੋ ਬੱਚੇ ਇਹ ਇਹਨਾਂ ਦੋਨਾਂ ਦੇ ਉੱਤੇ ਹੀ ਮੈਂ ਜਦੋਂ ਪੇਪਰ ਪਾਉਣੀ ਆ 100 ਟਾਈਮ ਅਸੀਂ ਇਹ ਕੁਐਸਚਨ ਪਾਉਂਦੇ ਆ
ਕਿ ਦੋ ਦਲੀ ਪ੍ਰਣਾਲੀ ਕਿਸ ਨੂੰ ਕਹਿੰਦੇ ਹਨ, ਦੋ ਦਲੀ ਪ੍ਰਣਾਲੀ ਵਾਲੇ ਦੋ ਦੇਸ਼ਾਂ ਦੇ ਨਾਮ ਦੱਸੋ। ਜਾਂ ਅਸੀਂ ਇਹ ਕੁਐਸਚਨ ਵੀ ਪਾ ਦਿੰਦੇ ਆ ਕਿ ਦੋ ਦਲੀ ਪ੍ਰਣਾਲੀ ਕਿਹੜੇ ਦੋ ਦੇਸ਼ਾਂ ਦੇ ਨਾਮ ਦੱਸੋ ਅਤੇ ਉਹਨਾਂ ਦੇ ਰਾਜਨੀਤਿਕ ਦਲਾਂ ਦੇ ਨਾਮ ਦੱਸੋ। ਤੁਹਾਨੂੰ ਕੁਐਸਚਨ 2 ਨੰਬਰ 'ਚ ਇਹ ਵੀ ਆ ਸਕਦਾ ਹੈ ਕਿ ਅਮਰੀਕਾ ਦੇ ਦੋ ਰਾਜਨੀਤਿਕ ਦਲਾਂ ਦੇ ਨਾਮ ਦੱਸੋ, ਇੰਗਲੈਂਡ ਦੇ ਦੋ ਦਲਾਂ ਦੇ ਨਾਮ ਦੱਸੋ। ਸੋ ਇਹ ਤੁਸੀਂ ਵੈਰੀ 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 ਇੰਪੋਰਟੈਂਟ ਹੈ, ਇਹਨੂੰ ਯਾਦ ਰੱਖਣਾ। ਉਸ ਤੋਂ ਅਗਲੀ ਤੀਸਰਾ ਸਾਡਾ ਆ ਗਿਆ ਮਲਟੀ ਪਾਰਟੀ ਸਿਸਟਮ, ਬਹੁਤ ਦਲੀ ਪ੍ਰਣਾਲੀ। ਬਹੁਤ ਦਲੀ ਦੇਖੋ ਉਹਦਾ ਨਾਮ ਹੀ ਹੈ ਬਹੁਤ ਦਲੀ, ਜਦੋਂ ਦੇਸ਼ ਵਿੱਚ ਬਹੁਤੇ ਰਾਜਨੀਤਿਕ ਦਲ ਹੋਣ। ਮਲਟੀ ਪਾਰਟੀ ਸਿਸਟਮ, ਮਲਟੀ ਮੈਨੇ ਕਈ, ਮਲਟੀ ਮੀਨਸ ਕਈ, ਜਦੋਂ ਦੇਸ਼ ਵਿੱਚ ਕਈ ਰਾਜਨੀਤਿਕ ਦਲ ਹੋਣ ਤਾਂ ਉਹਨੂੰ ਆਪਾਂ ਕਹਿੰਦੇ ਆ ਮਲਟੀ ਪਾਰਟੀ ਸਿਸਟਮ। ਕੀ ਕਹਿੰਦੇ ਆ ਬੱਚੇ? ਮਲਟੀ ਪਾਰਟੀ ਸਿਸਟਮ, ਠੀਕ ਹੈ ਨਾ। ਫਿਰ ਬਹੁਦਲੀ ਪ੍ਰਣਾਲੀ ਤੁਸੀਂ ਕੀ ਲਿਖਣਾ ਹੈ, ਬੇਸ਼ੱਕ ਤੁਸੀਂ ਨੋਟ ਕਰਨਾ ਹੈ ਤਾਂ ਕਰ ਲਓ ਕਿ ਜਦੋਂ ਦੇਸ਼ ਵਿੱਚ 3 ਜਾਂ 3 ਤੋਂ ਵਧੇਰੇ ਰਾਜਨੀਤਿਕ ਦਲ ਹੋਣ। ਜਦੋਂ ਦੇਸ਼ ਵਿੱਚ 3 ਜਾਂ 3 ਤੋਂ ਜ਼ਿਆਦਾ 30 ਹੋ ਸਕਦੇ ਆ, 100 ਹੋ ਸਕਦੇ ਆ, 1200 ਹੋ ਸਕਦੇ ਆ, 1600 ਹੋ ਸਕਦੇ ਆ, 5 ਹੋ ਸਕਦੇ ਆ। when there are major political parties, ਤਾਂ ਮੇਜਰ ਹੋਈ ਮਾਈਨਰ ਹੋਈਆਂ, ਗਿਣਤੀ ਉਹਨਾਂ ਦੀ 3 ਤੋਂ ਵੱਧ ਹੋਵੇ ਤਾਂ ਅਸੀਂ ਉਸਨੂੰ ਕਹਿੰਦੇ ਆ ਬਹੁਦਲੀ ਪ੍ਰਣਾਲੀ। ਤੇ ਉਹਦੇ ਵਿੱਚ ਕੀ ਹੁੰਦਾ ਹੈ, ਨੋਟ ਕਰ ਲਓ ਕਿ ਬਹੁਦਲੀ ਪ੍ਰਣਾਲੀ ਵਿੱਚ ਕੋਈ ਇੱਕ ਦਲ ਵੀ ਸਰਕਾਰ ਬਣਾ ਸਕਦਾ ਹੈ ਅਤੇ ਕਈ ਦਲ ਮਿਲ ਕੇ ਵੀ ਸਰਕਾਰ ਬਣਾ ਸਕਦੇ ਹਨ। ਠੀਕ ਹੈ ਜੀ। ਬਹੁਦਲੀ ਪ੍ਰਣਾਲੀ ਦੇ ਵਿੱਚ ਕੋਈ ਇੱਕ ਦਲ ਵੀ ਸਰਕਾਰ ਬਣਾ ਸਕਦਾ ਹੈ ਅਤੇ ਕਈ ਦਲ ਮਿਲ ਕੇ ਵੀ ਸਰਕਾਰ ਬਣਾ ਸਕਦੇ ਹਨ। ਠੀਕ ਹੈ ਜੀ, ਲਿਖ ਲਿਆ। ਹੁਣ ਅਗਲੀ ਗੱਲ, ਬਹੁਦਲੀ ਪ੍ਰਣਾਲੀ ਦੀ ਐਗਜ਼ਾਮਪਲ ਹੈਗੀ ਹੈ ਭਾਰਤ ਅਤੇ ਫਰਾਂਸ। ਨੋਟ ਕਰ ਲਓ ਕਿਉਂਕਿ ਦੇਸ਼ਾਂ ਦੇ ਨਾਮ ਤੁਹਾਨੂੰ ਵੈਰੀ ਇੰਪੋਰਟੈਂਟ ਹੈ, ਤੁਹਾਨੂੰ ਆਉਂਦੇ ਆਉਂਦੇ। ਭਾਰਤ ਅਤੇ ਫਰਾਂਸ, ਠੀਕ ਹੈ ਜੀ। ਅਗਲੀ ਗੱਲ, ਜੇ ਤੁਹਾਨੂੰ ਕੁਐਸਚਨ ਆ ਜਾਵੇ ਕਿ ਭਾਰਤ ਵਿੱਚ ਕਿਸ ਤਰ੍ਹਾਂ ਦੀ ਦਲ ਪ੍ਰਣਾਲੀ ਹੈ ਤਾਂ ਤੁਹਾਡਾ ਜਵਾਬ ਹੋਏਗਾ ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ। देयर इज अ मल्टी पार्टी सिस्टम इन इंडिया। ਇਸ ਲਾਈਨ ਨੂੰ ਲਿਖ ਲਓ ਔਰ ਇਹਨੂੰ ਅੰਡਰਲਾਈਨ ਕਰ ਲਓ। ਭਾਰਤ ਵਿੱਚ ਬਹੁਦਲੀ ਪ੍ਰਣਾਲੀ ਪਾਈ ਜਾਂਦੀ ਹੈ। देयर इज अ मल्टी पार्टी सिस्टम इन इंडिया। ਅਗਲੀ ਇੱਕ ਹੋਰ ਚੀਜ਼ ਲਿਖ ਲਓ, ਆਪਾਂ ਆਪਣੇ ਦੇਸ਼ ਦੀ ਲਿਖ ਸਕਦੇ ਹਾਂ ਕਿ ਭਾਰਤ ਵਿੱਚ 7 ਰਾਸ਼ਟਰੀ ਅਤੇ 1600 ਤੋਂ ਵੱਧ ਖੇਤਰੀ ਰਾਜਨੀਤਿਕ ਦਲ ਹਨ। ਭਾਰਤ ਵਿੱਚ 7 ਰਾਸ਼ਟਰੀ ਦਲ ਹਨ ਅਤੇ 1600 ਤੋਂ ਵੱਧ ਖੇਤਰੀ ਰਾਜਨੀਤਿਕ ਦਲ ਪਾਏ ਜਾਂਦੇ ਹਨ। ਇਹਦਾ ਮਤਲਬ ਕੀ ਹੈ ਕਿ ਭਾਰਤ ਵਿੱਚ ਕੀ ਹੈ, ਮਲਟੀ ਪਾਰਟੀ ਸਿਸਟਮ। ਹੁਣ ਤੁਸੀਂ ਆਪਣੇ ਰੀਸੈਂਟਲੀ ਆਪਾਂ ਨੇ ਪੰਜਾਬ ਦੀਆਂ ਇਲੈਕਸ਼ਨ ਦੇਖੀਆਂ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਸਾਡੇ ਕੋਲ ਆਮ ਆਦਮੀ ਪਾਰਟੀ ਵੀ ਸੀ, ਬੀਜੇਪੀ ਵੀ ਸੀ, ਕਾਂਗਰਸ ਵੀ ਸੀ, ਆਪਾਂ ਅਕਾਲੀ ਦਲ ਵੀ ਸੀ, ਅਕਾਲੀ ਦਲ ਮਾਨ ਜਾਂ ਕੋਈ ਹੋਰ ਪਾਰਟੀ ਵੀ ਸੀ, ਕਿਸਾਨਾਂ ਦੀ ਪਾਰਟੀ ਵੀ ਸੀ। ਸਾਡੇ ਕੋਲ ਬਹੁਤ ਪਾਰਟੀਆਂ ਸੀ, ਸਾਡੇ ਕੋਲ ਟੂ ਮਚ ਚੁਆਇਸ ਸੀਗੀ। ਸੋ ਇਹ ਵੀ ਹੋ ਸਕਦਾ ਆਮ ਆਦਮੀ ਪਾਰਟੀ ਇਕੱਲੀ ਬਹੁਮਤ ਲੈ ਗਈ, 60 ਸੀਟਾਂ ਚਾਹੀਦੀਆਂ ਸੀਗੀਆਂ, 92 ਸੀਟਾਂ ਲੈ ਗਈ, ਆਮ ਆਦਮੀ ਪਾਰਟੀ ਨੇ ਇਕੱਲੀ ਨੇ ਸਰਕਾਰ ਬਣਾ ਲਈ। ਜੇ ਆਮ ਆਦਮੀ ਪਾਰਟੀ 60 ਸੀਟਾਂ ਨਹੀਂ ਲੈ ਕੇ ਜਾਂਦੀ, ਹੋ ਸਕਦਾ ਹੈ 2-3 ਰਾਜਨੀਤਿਕ ਦਲ ਮਿਲ ਕੇ ਸਰਕਾਰ ਬਣਾਉਂਦੇ। ਕੇਂਦਰ ਦੇ ਵਿੱਚ ਇਸ ਵੇਲੇ ਕੀ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ। ਸੋ ਨਰਿੰਦਰ ਮੋਦੀ ਜੀ ਦੀ ਸਰਕਾਰ ਦੀ ਕੱਲਿਆਂ ਦੀ, ਵੈਸੇ ਉਹ ਐਨਡੀਏ ਦੀ ਸਰਕਾਰ ਹੈ, ਕਈ ਦਲ ਮਿਲੇ ਹੋਏ ਹਨ, ਪਰ ਫਿਰ ਵੀ ਬੀਜੇਪੀ ਕੋਲ ਇੰਨੀਆਂ ਸੀਟਾਂ ਹਨ ਕਿ ਬੀਜੇਪੀ ਕੱਲੀ ਵੀ ਕੇਂਦਰ ਵਿੱਚ ਸਰਕਾਰ ਬਣਾ ਸਕਦੀ ਹੈ। ਪਰ ਜਿਵੇਂ ਆਪਣੇ ਪਿਛਲੇ 10 ਸਾਲਾਂ ਦੇ ਵਿੱਚ ਅਸੀਂ ਦੇਖਦੇ ਹਾਂ ਮਨਮੋਹਨ ਸਿੰਘ ਜੀ ਦੀ ਸਰਕਾਰ ਸੀ, ਉਹ ਕਈ ਦਲਾਂ ਨੇ ਮਿਲ ਕੇ ਯੂਪੀਏ ਗਠਬੰਧਨ ਵਿੱਚ ਮਿਲ ਕੇ ਕਈ ਦਲਾਂ ਨੇ ਸਰਕਾਰ ਬਣਾਈ ਹੋਈ ਸੀ। ਠੀਕ ਹੈ ਜੀ। ਸੋ ਤੁਸੀਂ ਨੋਟ ਕਰ ਸਕਦੇ ਹੋ ਕਿ ਬਹੁਦਲੀ ਪ੍ਰਣਾਲੀ ਦੇ ਵਿੱਚ ਇੱਕ ਦਲ ਵੀ ਸਰਕਾਰ ਬਣਾ ਸਕਦਾ ਹੈ ਬਹੁਮਤ ਹਾਸਲ ਕਰਕੇ, ਬਹੁਮਤ ਹਾਸਲ ਕਰਕੇ ਮੈਨੇ ਮੈਜੋਰਟੀ ਲੈ ਕੇ, ਅਤੇ ਕਈ ਦਲਾਂ ਦੀ ਰਲੀ ਮਿਲੀ ਸਰਕਾਰ ਵੀ ਬਣ ਸਕਦੀ ਹੈ। ਰਲੀ ਮਿਲੀ ਸਰਕਾਰ ਨੂੰ ਕੋਲੀਸ਼ਨ ਗਵਰਨਮੈਂਟ ਕਿਹਾ ਜਾਂਦਾ ਹੈ। ਨੋਟ ਕਰ ਲਓ, ਰਲੀ ਮਿਲੀ ਸਰਕਾਰ ਨੂੰ ਕੋਲੀਸ਼ਨ ਗਵਰਨਮੈਂਟ ਕਿਹਾ ਜਾਂਦਾ ਹੈ। ਹੋਏਗੀ ਜੋ ਉਹ ਆਪਸ ਦੇ ਵਿੱਚ ਕਈ ਵਾਰੀ ਲੜਦੇ, ਕਈ ਦਲ ਉਹਨਾਂ ਦੇ ਵਿਚਾਰ ਨਹੀਂ ਮਿਲਦੇ, ਸੋ ਸਰਕਾਰਾਂ 5 ਸਾਲ ਤੋਂ ਪਹਿਲਾਂ ਵੀ ਟੁੱਟ ਜਾਂਦੀਆਂ ਹਨ। ਠੀਕ ਹੈ ਜੀ। ਹੁਣ ਮੈਂ ਤੁਹਾਨੂੰ 3 ਦਲ ਪ੍ਰਣਾਲੀ ਦੀਆਂ 3 ਕਿਸਮਾਂ ਕਰਾਤੀਆਂ। ਇੱਕ ਦਲੀ ਪ੍ਰਣਾਲੀ ਅਸੀਂ ਪਹਿਲੇ ਲੈਕਚਰ 'ਚ ਕੀਤਾ ਹੈ, 2 ਦਲੀ ਪ੍ਰਣਾਲੀ, ਬਹੁਦਲੀ ਪ੍ਰਣਾਲੀ। ਦੇਸ਼ਾਂ ਦੇ ਨਾਮ, ਇੱਕ ਦਲੀ ਦੇ ਵਿੱਚ ਰਸ਼ੀਆ ਐਂਡ ਚਾਈਨਾ, ਕਮਿਊਨਿਸਟ ਪਾਰਟੀ ਆਫ ਰਸ਼ੀਆ, ਕਮਿਊਨਿਸਟ ਪਾਰਟੀ ਆਫ ਚਾਈਨਾ। 2 ਦਲੀ ਦੇ ਵਿੱਚ ਅਮਰੀਕਾ ਅਤੇ ਇੰਗਲੈਂਡ ਵੱਡੇ ਦੇਸ਼, ਅਮਰੀਕਾ ਦੇ ਡੈਮੋਕ੍ਰੈਟਿਕ ਐਂਡ ਰਿਪਬਲਿਕਨ ਪਾਰਟੀ,
ਇੰਗਲੈਂਡ ਦੀ ਲੇਬਰ ਐਂਡ ਕੰਜ਼ਰਵੇਟਿਵ ਪਾਰਟੀ। ਬਹੁਦਲੀ ਪ੍ਰਣਾਲੀ ਦੀ ਐਗਜ਼ਾਮਪਲ ਭਾਰਤ ਦੇ ਵਿੱਚ ਮੈਂ ਤੁਹਾਨੂੰ ਦੱਸਤਾ ਕਿ ਦਲਾਂ ਦੀ ਗਿਣਤੀ ਖੇਤਰੀ ਦਲਾਂ ਦੀ 1600 ਤੋਂ ਵੱਧ ਹੈ, ਰਾਸ਼ਟਰੀ ਰਾਜਨੀਤਿਕ ਦਲਾਂ ਦੀ ਗਿਣਤੀ 7 ਦੇ ਕਰੀਬ ਹੈ, ਯਾਨੀ ਕਿ ਭਾਰਤ ਵਿੱਚ 3 ਤੋਂ ਜ਼ਿਆਦਾ ਹੈ, ਮੀਨਸ ਬਹੁਦਲੀ ਪ੍ਰਣਾਲੀ। ਅਗਲੀ ਗੱਲ ਬੱਚੇ ਜੋ ਤੁਹਾਨੂੰ ਪੇਪਰ ਦੇ ਪੁਆਇੰਟ, ਹੁਣ ਮੈਂ ਤੁਹਾਨੂੰ ਜੋ ਵੀ ਕਰਵਾ ਰਹੀ ਹਾਂ, ਜਿੰਨੇ ਮੈਂ ਲੈਕਚਰਸ ਰਿਕਾਰਡ ਕਰਕੇ ਪਾ ਰਹੀ ਹਾਂ, ਉਹ ਤੁਹਾਡੇ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਹੀ ਪਾ ਰਹੀ ਹਾਂ, ਠੀਕ ਹੈ ਨਾ। ਹੁਣ ਅਗਲੀ ਗੱਲ ਤੁਹਾਨੂੰ ਪੁੱਛ ਲਿਆ ਜਾਂਦਾ ਹੈ ਵੀ ਇੱਕ ਦਲੀ ਪ੍ਰਣਾਲੀ ਦੇ ਗੁਣ ਦੱਸੋ ਜੀ, ਦੋ ਦਲੀ ਦੇ ਗੁਣ ਦੱਸੋ, ਬਹੁਦਲੀ ਦੇ ਗੁਣ ਦੱਸੋ, ਇੱਕ ਦਲੀ ਦੇ ਔਗਣ ਦੱਸੋ, ਦੋ ਦਲੀ ਦੇ ਔਗਣ ਦੱਸੋ, ਬਹੁਦਲੀ ਦੇ ਔਗਣ ਦੱਸੋ। ਹੁਣ ਸਾਨੂੰ ਔਗਣ ਗੁਣ ਔਗਣ ਪੁੱਛੇ ਜਾਂਦੇ, ਸੋ ਉਹਦੇ ਲਈ ਤੁਸੀਂ ਕਨਫਿਊਜ਼ ਨਹੀਂ ਹੋਣਾ। ਜਿਹੜਾ ਇਹ ਗੁਣ ਔਗਣਾਂ ਦਾ ਕੁਐਸਚਨ ਹੈ ਬੱਚੇ, ਤੁਹਾਨੂੰ 4 ਨੰਬਰ 'ਚ ਹੀ ਆਏਗਾ, ਜਾਂ 2 'ਚ ਆਏਗਾ ਜਾਂ 4 'ਚ ਆਏਗਾ। ਜੇ 6 'ਚ ਆ ਗਿਆ ਤਾਂ ਫਿਰ ਕਿੱਦਾਂ ਆਏਗਾ ਕਿ ਇੱਕ ਦਲੀ ਪ੍ਰਣਾਲੀ ਦੇ ਗੁਣ ਦੱਸੋ ਤੇ ਔਗਣ ਦੱਸੋ। ਉਹਦੇ 'ਚ ਵੀ ਤੁਸੀਂ 4 ਪੁਆਇੰਟ ਗੁਣਾਂ ਦੇ ਲਿਖਦੇ ਹੋ, 4 ਔਗਣਾਂ ਦੇ ਲਿਖਦੇ ਹੋ, ਮੋਰ ਦੈਨ ਸਫੀਸ਼ੀਐਂਟ ਹੈ। ਜੇ 4 ਨੰਬਰ 'ਚ ਇਕੱਲੇ ਗੁਣ ਪੁੱਛੇ ਜਾ ਸਕਦੇ ਆ, 4 ਪੁਆਇੰਟ ਲਿਖ ਦਿਓ। ਔਗਣ ਪੁੱਛ ਲਏ ਤਾਂ 4 ਪੁਆਇੰਟ ਲਿਖ ਦਿਓ, ਇਕੱਲੇ ਔਗਣ ਦੇ ਦਿਓ। ਜੇ 2 ਨੰਬਰ 'ਚ ਆ ਗਿਆ ਇੱਕ ਦਲੀ ਪ੍ਰਣਾਲੀ ਦਾ ਕੋਈ ਇੱਕ ਦੋਸ਼ ਦੱਸੋ, ਇੱਕ ਦੱਸ ਦਿਓ। ਸੋ ਮੈਂ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਕਰਾ ਰਹੀ ਹਾਂ। ਬਾਕੀ ਜਿਹੜੇ ਬੱਚੇ ਆਪਣੀ ਨੌਲੇਜ ਵਧਾਉਣਾ ਚਾਹੁੰਦੇ ਆ, ਉਹ ਜਿੰਨਾ ਮਰਜ਼ੀ ਕਰਨ ਬੇਟੇ, ਬੁੱਕਸ ਆਪਣੀਆਂ ਨੌਲੇਜ ਦਾ ਭੰਡਾਰ ਭਰੀਆਂ ਪਈਆਂ, ਠੀਕ ਹੈ ਜੀ। ਸੋ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਕ ਦਲੀ ਪ੍ਰਣਾਲੀ ਦੀ। ਇਹ ਮੈਂ ਬੜੀ ਵਾਰੀ, ਮੈਨੂੰ ਲੱਗਦਾ 1000 ਟਾਈਮ ਮੈਂ ਐਗਜ਼ਾਮਪਲ ਦੇਤੀ ਕਿ ਤੁਸੀਂ ਆਪਣੇ ਦਿਮਾਗ ਦੇ ਵਿੱਚ ਯਾਦ ਰੱਖ ਲੈਣਾ, ਇੱਕ ਦਲੀ, ਦੋ ਦਲੀ, ਬਹੁਦਲੀ। ਮੰਨ ਲਓ ਇੱਕ ਬੰਦੇ ਦਾ ਇੱਕੋ ਮੁੰਡਾ ਹੈ, ਇੱਕ ਬੰਦੇ ਦੇ 2 ਮੁੰਡੇ ਹੈ, ਇੱਕ ਬੰਦੇ ਦੇ 3 4 5 ਮੁੰਡੇ ਹੈ। ਉਹਦੇ ਕਈ ਫਾਇਦੇ ਵੀ ਹੋਣਗੇ, ਨੁਕਸਾਨ ਵੀ ਹੋਣਗੇ। ਕੀ ਹੋਣਗੇ? ਹੋ ਸਕਦਾ ਘੱਟ ਹੋਣਗੇ, ਫਾਇਦੇ ਹੀ ਹੋਣਗੇ। ਜਿਹਦੇ 4 5 ਮੁੰਡੇ ਹੈ, ਉਹ ਫਾਇਦੇ ਵੀ ਹੋਣਗੇ ਤੇ ਨੁਕਸਾਨ ਵੀ ਹੋਣਗੇ। ਹੁਣ ਤੁਸੀਂ ਇਸ ਇੱਕ ਸਿੰਪਲ ਘਰੇਲੂ ਐਗਜ਼ਾਮਪਲ ਨੂੰ ਆਪਣੇ ਦਿਮਾਗ 'ਚ ਰੱਖ ਕੇ ਤੁਸੀਂ ਪੁਆਇੰਟ ਨੂੰ, ਮੇਰੀ ਗੱਲ ਨੂੰ ਸੁਣਨਾ ਹੈ। ਉਸ ਤੋਂ ਬਾਅਦ ਤੁਸੀਂ ਪੁਆਇੰਟ, ਅੱਜ ਵੀ ਮੈਂ ਕਲਾਸ ਵਿੱਚ ਜਦੋਂ ਲੈਸਨ ਕਰਾਇਆ, ਮੈਂ ਬੱਚਿਆਂ ਨੂੰ ਕਿਹਾ ਕਿ ਤੁਸੀਂ ਮੈਨੂੰ ਪੁਆਇੰਟ ਦੱਸੋ। ਹੁਣ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਇੱਕ ਦਲੀ ਪ੍ਰਣਾਲੀ। ਨੋਟ ਕਰ ਲਓ, ਇਹ 1 ਪਾਰਟੀ ਸਿਸਟਮ, ਇੱਕ ਦਲੀ ਪ੍ਰਣਾਲੀ। ਗੁਣ, ਮੈਰਿਟਸ ਆਫ 1 ਪਾਰਟੀ ਸਿਸਟਮ। ਹਾਂਜੀ ਬੱਚੇ, ਜਿੱਥੇ ਇੱਕ ਦਲੀ ਦੇਸ਼ ਵਿੱਚ ਇੱਕੋ ਇੱਕ ਦਲ ਹੈ, ਉੱਥੇ ਕੀ ਹੋਏਗਾ? ਉਹ ਦਲ ਮਜ਼ਬੂਤ ਹੋਏਗਾ। ਨੋਟ ਕਰਦੇ ਜਾਓ, ਸਟਰੋਂਗ ਪਾਰਟੀ ਹੋਏਗੀ। ਨੰਬਰ 2, ਦਲ ਦੇ ਵਿੱਚ ਅਨੁਸ਼ਾਸਨ ਜ਼ਿਆਦਾ ਹੋਏਗਾ, ਵੈਲ ਡਿਸਿਪਲਿਨਡ ਪਾਰਟੀ ਹੋਏਗੀ। ਇੱਕੋ ਦਲ ਹੈ, ਸਟਰੋਂਗ ਦਲ ਹੈ, ਮਜ਼ਬੂਤ ਦਲ ਹੈ। ਕਮਿਊਨਿਸਟ ਪਾਰਟੀ ਆਫ ਚਾਈਨਾ ਦੇਖੋ, ਕਮਿਊਨਿਸਟ ਪਾਰਟੀ ਆਫ ਰਸ਼ੀਆ ਦੇਖੋ, ਦੇ ਆਰ ਵੈਰੀ ਸਟਰੋਂਗ ਪਾਰਟੀਜ਼, ਵੈਰੀ ਸਟੇਬਲ ਪਾਰਟੀਜ਼, ਵੈਰੀ ਡਿਸਿਪਲਿਨਡ ਪਾਰਟੀਜ਼। ਉਸ ਤੋਂ ਅਗਲੀ ਗੱਲ ਕਿ ਜ਼ਿੰਮੇਵਾਰ ਹੋਏਗਾ। ਇੱਕ ਦਲ ਹੋਏਗਾ ਤਾਂ ਜ਼ਿੰਮੇਵਾਰ ਹੋਏਗਾ, ਜ਼ਿੰਮੇਵਾਰ ਸਰਕਾਰ ਬਣਾਏਗਾ। ਉਹਨੂੰ ਪਤਾ ਮੈਂ ਹੀ ਸਰਕਾਰ ਬਣਾਣੀ ਹੈ, ਜ਼ਿੰਮੇਵਾਰੀ ਨਾਲ ਕੰਮ ਕਰੇਗਾ। ਜਿਵੇਂ ਜੇ ਕਿਸੇ ਦਾ ਇੱਕ ਮੁੰਡਾ ਹੋਏ ਤਾਂ ਉਹਨੂੰ ਪਤਾ ਹੁੰਦਾ ਕਿ ਮਾਂ ਪਿਓ ਨੂੰ ਮੈਂ ਹੀ ਰੱਖਣਾ ਹੈ, ਸਾਰੀ ਜ਼ਿੰਮੇਵਾਰੀ ਮੇਰੀ ਹੈ। ਜੇ ਤਾਂ 4 5 ਹੁਣ, ਇੱਕ ਕਹੂਗਾ ਤੁਸੀਂ ਰੱਖੋ, ਇੱਕ ਕਹੂਗਾ ਤੁਸੀਂ ਰੱਖੋ, ਇੱਕ ਕਹੂਗਾ ਤੁਸੀਂ ਰੱਖੋ, ਮਾਂ ਪਿਓ ਵਿਚਾਰੇ ਰੁੱਲ ਜਾਣਗੇ, ਠੀਕ ਹੈ। ਜੇ ਇੱਕ ਮੁੰਡਾ ਹੈ, ਉਹਨੂੰ ਪਤਾ ਵੀ ਮੇਰੇ ਮਾਂ ਪਿਓ ਨੇ, ਮੇਰੀ ਜ਼ਿੰਮੇਵਾਰੀ ਹੈ, ਮੈਂ ਹੀ ਰੱਖਣੇ ਹੈ, ਤਾਂ ਬੱਚੇ ਕੀ ਹੋਏਗਾ? ਅਲਟੀਮੇਟਲੀ ਉਹ ਜ਼ਿੰਮੇਵਾਰ ਬਣੇਗਾ, ਠੀਕ ਹੈ ਨਾ। ਠੀਕ ਇਸੇ ਤਰੀਕੇ ਦੇ ਨਾਲ ਇੱਕ ਦਲੀ ਪ੍ਰਣਾਲੀ, ਸਰਕਾਰ ਮਜ਼ਬੂਤ ਬਣਦੀ ਹੈ, ਸਰਕਾਰ ਸਥਿਰ ਬਣਦੀ ਹੈ। ਸਥਿਰ ਵੀ ਲਿਖ ਲਓ, ਸਟੇਬਲ ਗਵਰਨਮੈਂਟ, ਜਿਹੜੀ ਕਿ 5 ਸਾਲ 4 ਸਾਲ ਜਿੰਨੇ ਸਾਲ ਲਈ ਚੁਣੀ ਜਾਂਦੀ ਹੈ, ਆਰਾਮ ਨਾਲ ਉਹ ਆਪਣਾ ਕੰਮ ਕਰਦੇ ਨੇ, ਕਿਸੇ ਵੱਲੋਂ ਉਹਨਾਂ ਦੇ ਵਿੱਚ ਖਿੱਚਾਤਾਣੀ ਨਹੀਂ ਹੁੰਦੀ, ਸਥਿਰ ਸਰਕਾਰ ਹੁੰਦੀ ਹੈ। ਤੀਸਰੀ ਗੱਲ, ਦਲ ਵਿੱਚ ਅਨੁਸ਼ਾਸਨ ਹੁੰਦਾ ਹੈ। ਨੰਬਰ 4 ਗੱਲ, ਦਲ ਜ਼ਿੰਮੇਵਾਰ ਹੁੰਦਾ ਹੈ, ਇੱਕ ਜ਼ਿੰਮੇਵਾਰ ਸਰਕਾਰ ਬਣਦੀ ਹੈ। ਨੰਬਰ 5 ਤੁਸੀਂ ਲਿਖ ਲਓ, ਚੰਗੇ ਅਤੇ ਸਥਿਰ ਕਾਨੂੰਨ ਬਣਦੇ ਹਨ। ਸਾਡੇ ਇੱਥੇ ਕੀ ਹੈ? ਇੱਕ ਪਾਰਟੀ ਆਉਂਦੀ ਹੈ, ਉਹ ਕਾਨੂੰਨ ਬਣਾਉਂਦੀ ਹੈ, ਹਲੇ ਉਹ ਲਾਗੂ ਹੋਣੇ ਹੁੰਦੇ ਆ, ਉਹ ਟੁੱਟ ਜਾਂਦੀ ਹੈ। ਨਵੀਂ ਆਉਂਦੀ ਹੈ, ਉਹ ਕਹਿੰਦੀ ਪੁਰਾਣੀ ਸਭ ਖਤਮ, ਤੁਸੀਂ ਸਾਡੇ ਵਾਲੀ ਗੱਲ ਸੁਣੋ। ਸਾਡੇ ਇੱਥੇ ਕਾਨੂੰਨ ਹੀ ਨਹੀਂ, ਕੋਈ ਸਮਝ ਹੀ ਨਹੀਂ ਆਉਂਦਾ। ਕਾਨੂੰਨਾਂ 'ਚ ਕੋਈ ਸਥਿਰਤਾ ਹੀ ਨਹੀਂ ਹੈ, ਕਾਨੂੰਨਾਂ 'ਚ ਕੋਈ ਕੰਟੀਨਿਊਟੀ ਨਹੀਂ, ਇਕਸਾਰਤਾ ਨਹੀਂ ਹੈ। ਪਰ ਜੇ ਇੱਕ ਪਾਰਟੀ ਹੋਏਗੀ, ਉਹਦਾ ਆਪਣਾ ਏਜੰਡਾ ਹੋਏਗਾ, ਉਹ ਸਹੀ ਕਾਨੂੰਨ ਬਣਾਉਣਗੇ, ਉਹਨਾਂ ਕਾਨੂੰਨਾਂ ਤੇ ਚੱਲਣਗੇ, ਪੱਕੇ ਉਹੀ ਕਾਨੂੰਨ ਚੱਲਣਗੇ। ਸਥਿਰ ਸਰਕਾਰ ਹੋਏਗੀ, ਮਜ਼ਬੂਤ ਹੋਏਗੀ, ਸ਼ਕਤੀਸ਼ਾਲੀ ਹੋਏਗੀ, ਜ਼ਿੰਮੇਵਾਰ ਸਰਕਾਰ ਹੋਏਗੀ। ਇੱਕ ਤੁਸੀਂ ਲਿਖ ਲਓ, ਦੇਸ਼ ਦੇ ਵਿੱਚ ਏਕਤਾ ਬਣੀ ਰਹੇਗੀ, ਕਿਉਂਕਿ ਉਹਨਾਂ ਨੇ ਲੜਨਾ ਹੀ ਨਹੀਂ ਕਿਸੇ ਨਾਲ, ਨਾ ਉਹਨਾਂ ਨੇ ਕੋਈ ਹੋਰ ਦਾ ਲਾਣ ਦੇਣਾ, ਨਾ ਕਿਸੇ ਨਾਲ ਲੜਾਈ, ਨਾ ਕੋਈ ਝਗੜਾ। ਦੇਸ਼ ਵਿੱਚ ਏਕਤਾ, ਅਖੰਡਤਾ ਬਣੀ ਰਹੇਗੀ। ਹੁਣ ਆਪਾਂ ਗੱਲ ਕਰਦੇ ਹਾਂ ਇੱਕ ਦਲੀ ਪ੍ਰਣਾਲੀ ਦੀ ਔਗਣਾਂ ਦੀ। ਔਗਣ ਵੀ ਬੜੇ ਨੇ। ਔਗਣ, ਸਭ ਤੋਂ ਵੱਡਾ ਔਗਣ ਕੀ ਹੈ? ਲੋਕਾਂ ਕੋਲ ਚੁਆਇਸ ਨਹੀਂ ਹੈ। ਸਭ ਤੋਂ ਵੱਡਾ ਔਗਣ ਕੀ ਹੈ? ਕਿ ਜੇ ਲੋਕੀ ਇੱਕ ਪਾਰਟੀ ਤੋਂ ਦੁਖੀ ਆ ਜਾਣ, ਹੁਣ ਸਾਡੇ ਪੰਜਾਬ 'ਚ ਇੱਕ ਪਾਰਟੀ ਤੋਂ ਬੰਦੇ 2 ਪਾਰਟੀਆਂ ਤੋਂ ਦੁਖੀ ਆਏ, ਉਹਨਾਂ ਨੇ ਤੀਜੀ ਨੂੰ ਜਿਤਾਤਾ। ਪਰ ਜਿੱਥੇ ਇੱਕੋ ਇੱਕ ਦਲ ਹੋਏਗਾ, ਚਾਹੇ ਲੋਕ ਸੁਖੀ ਹੈ ਉਸ ਪਾਰਟੀ ਤੋਂ, ਚਾਹੇ ਲੋਕ ਦੁਖੀ ਹੈ, ਉਹ ਹੋਰ ਕਿਸੇ ਪਾਰਟੀ ਨੂੰ ਜਿਤਾ ਹੀ ਨਹੀਂ ਸਕਦੇ। ਜਿਤਾਣਗੇ ਕਿੱਥੇ? ਉਹਨਾਂ ਨੇ ਅੱਗੇ ਨਹੀਂ ਆਉਣ ਦੇਣੀ ਕੋਈ ਪਾਰਟੀ।
ਕੋਈ ਇੰਨੀ ਮਜ਼ਬੂਤ ਪਾਰਟੀ ਨਹੀਂ ਹੈ। ਸੋ ਲੋਕਾਂ ਕੋਲ ਚੁਆਇਸ ਨਹੀਂ ਹੁੰਦੀ। ਦੂਜੀ ਗੱਲ, ਜਿਹੜਾ ਇੱਕੋ ਇੱਕ ਦਲ ਹੁੰਦਾ ਹੈ, ਉਹ ਤਾਨਾਸ਼ਾਹ ਬਣ ਜਾਂਦਾ। ਤਾਨਾਸ਼ਾਹ ਮੈਨੇ ਮਨਮਰਜ਼ੀ ਕਰਦਾ ਹੈ ਆਪਣੀ। ਇੱਕੋ ਇੱਕ ਦਲ ਜਿਹੜਾ ਮਨਮਰਜ਼ੀ ਕਰਦਾ ਹੈ। ਤੀਸਰਾ ਤੁਸੀਂ ਲਿਖ ਸਕਦੇ ਹੋ ਕਿ ਕਦੇ ਇੱਕੋ ਇੱਕ ਜਿਹੜਾ ਦਲ ਹੈ ਉਹ ਗਲਤ ਕੰਮਾਂ ਤੇ ਵੀ ਉਤਰ ਜਾਂਦਾ ਹੈ, ਤਾਨਾਸ਼ਾਹੀ ਤੇ ਵੀ ਉਤਰ ਜਾਂਦਾ ਹੈ, ਮਨਮਰਜ਼ੀ ਤੇ ਉਤਰ ਜਾਂਦਾ ਹੈ, ਲੋਕਾਂ ਨਾਲ ਵਧੀਕੀਆਂ ਵੀ ਕਰਦਾ ਹੈ। ਆਪਣੇ ਉੱਤਰੀ ਕੋਰੀਆ ਦੇ ਵਿੱਚ ਕਿੰਗ ਜੌਨ ਜੀ ਦੇਖੋ ਕਿੰਨੀਆਂ ਵਧੀਕੀਆਂ ਕਰਦੇ ਨੇ। ਦੇਸ਼ ਵਿੱਚ ਕਿਆ ਮਜਾਲ ਹੈ ਉਹ ਕਿਸੇ ਨੂੰ ਫਟਕ ਲੈਣ ਦੇਣ। ਚੀਨ ਦੇ ਵਿੱਚ ਦੇਖੋ ਕਿੰਨਾ ਟਾਈਟ ਡਿਸਿਪਲਨ ਹੈ। ਠੀਕ ਹੈ, ਸੋ ਇਹ ਵੀ ਤੁਸੀਂ ਲਿਖ ਸਕਦੇ ਹੋ। ਠੀਕ ਹੈ ਜੀ, ਇੱਕ ਦਲੀ ਪ੍ਰਣਾਲੀ ਦੇ ਆਪਾਂ ਦੋਸ਼ ਕਰ ਰਹੇ ਹਾਂ। ਠੀਕ, ਕਿਹੜੇ ਕਿਹੜੇ ਦੋਸ਼ ਹੋ ਗਏ? ਤਾਨਾਸ਼ਾਹ ਬਣ ਸਕਦੀ ਹੈ ਸਰਕਾਰ, ਸਰਕਾਰ ਆਪਣੀ ਮਨਮਰਜ਼ੀ ਕਰਦੀ ਹੈ, ਸਰਕਾਰ ਗਲਤ ਕਾਰਜਾਂ, ਲੋਕਾਂ ਕੋਲ ਕੋਈ ਚੁਆਇਸ ਨਹੀਂ ਹੁੰਦੀ ਇਲੈਕਸ਼ਨ ਵੇਲੇ। ਇੱਕ ਅਗਲੀ ਲਿਖੋ, ਬਦਲਵੀਂ ਬਣਾਈ ਜਾ ਸਕਦੀ, ਨੋ ਸਕੋਪ ਫॉर द ਅਲਟਰਨੇਟ ਗਵਰਨਮੈਂਟ। ਕਿ ਜੀ ਇੱਕ ਸਰਕਾਰ ਨੂੰ ਮੰਨ ਲਓ ਸ਼ਾਸਕ ਦਲ ਜਿਹੜਾ ਹੈ ਠੀਕ ਕੰਮ ਨਹੀਂ ਕਰ ਰਿਹਾ, ਜੇ ਆਪਾਂ ਸਰਕਾਰ ਬਦਲਣਾ ਚਾਹੀਏ ਆਪਾਂ ਸਰਕਾਰ ਬਦਲ ਨਹੀਂ ਸਕਦੇ, ਕਿਉਂਕਿ ਸਾਡੇ ਕੋਲ ਹੋਰ ਕੋਈ ਹੱਲ ਹੀ ਨਹੀਂ ਹੈਗਾ। ਹੁਣ ਜੇ ਬੁੱਢੇ ਮਾਂ ਪਿਓ ਨੇ, ਜੇ ਇੱਕ ਮੁੰਡਾ ਤੇ ਇੱਕ ਨੂੰਹ ਹੈ, ਜੇ ਉਹ ਖਰਾਬ ਨਿਕਲਿਆ ਆ, ਉਹਨਾਂ ਨੂੰ ਦੁਖੀ ਕਰਦੇ ਕੁਝ ਕਰਦੇ, ਉਹਨਾਂ ਵਿਚਾਰਿਆਂ ਕੋਲ ਕੋਈ ਅਲਟਰਨੇਟ ਨਹੀਂ, ਕਿੱਥੇ ਜਾਣਗੇ? ਕਿੱਥੇ ਜਾਣਗੇ? ਜੇ ਤਾਂ ਕੋਈ ਹੋਰ ਹੋਇਆ ਫਿਰ ਤਾਂ ਉਹਦੇ ਕੋਲ ਸੋ ਇਹ ਇਸੇ ਤਰੀਕੇ ਨਾਲ ਤੁਸੀਂ ਇੱਕ ਦਲੀ ਤੁਸੀਂ ਆਪ ਬਣਾਣੇ ਨੇ। ਜ਼ਰੂਰੀ ਨਹੀਂ ਬੇਟੇ ਜਿਹੜੇ ਪੁਆਇੰਟ ਮੈਂ ਬੋਲਦੀ ਹਾਂ ਤੁਸੀਂ ਉਹ ਲਿਖਣੇ, ਤੁਸੀਂ ਪੁਆਇੰਟ ਆਪ ਬਣਾਉਣੇ ਨੇ, ਆਪਣੀ ਲੈਂਗੁਏਜ ਲਿਖਣੇ ਨੇ। ਕੋਈ ਵੀ ਟੀਚਰ ਤੁਹਾਡੇ ਸਹੀ ਪੁਆਇੰਟ ਨੂੰ ਗਲਤ ਨਹੀਂ ਕਰ ਸਕਦਾ, ਇਹ ਮੈਂ ਗਰੰਟੀ ਲੈਣੀ ਆ, ਬੈਠੀ ਆ ਤੁਹਾਡੇ ਕੋਲ। ਹੁਣ ਆਪਾਂ ਗੱਲ ਕਰਦੇ ਹਾਂ ਦੋ ਦਲੀ ਪ੍ਰਣਾਲੀ। ਹੁਣ ਦੋ ਦਲੀ ਪ੍ਰਣਾਲੀ ਦੇ ਗੁਣ ਲਿਖੋ। ਮੈਰਿਟਸ ਆਫ ਟੂ ਪਾਰਟੀ ਸਿਸਟਮ ਜਾਂ ਬਾਈ ਪਾਰਟੀ ਸਿਸਟਮ ਕੀ ਹੈ? ਹੁਣ ਬੜੀ ਅੱਛੀ ਪ੍ਰਣਾਲੀ ਹੈ। ਜੇ ਮੈਨੂੰ ਕੋਈ ਪੁੱਛੇ ਕਿ ਦਲ ਪ੍ਰਣਾਲੀ ਦੇ ਵਿੱਚੋਂ ਤਿੰਨਾਂ ਚੋਂ ਕਿਹੜੀ ਪ੍ਰਣਾਲੀ ਚੰਗੀ ਹੈ, ਤਾਂ ਮੈਂ ਕੀ ਕਹੂੰਗੀ? ਦੋ ਦਲੀ ਪ੍ਰਣਾਲੀ। ਕਿਉਂ? ਇੱਕ ਦਾ ਵੀ ਕੰਮ ਖਰਾਬ ਹੈ, ਬਹੁਤੀਆਂ ਦਾ ਵੀ ਕੰਮ ਖਰਾਬ ਹੈ, ਦੋ ਦਾ ਠੀਕ ਹੈ। ਜਿਵੇਂ ਹੁਣ ਕਿਸੇ ਦੇ ਦੋ ਬੱਚੇ, ਦੋ ਮੁੰਡੇ ਹੋਣ, ਕੀ ਹੁੰਦਾ? ਪੇਰੈਂਟਸ ਕਦੇ ਇੱਕ ਕੋਲ ਜਾ ਸਕਦੇ ਆ, ਕਦੇ ਦੂਜੇ ਕੋਲ ਜਾ ਸਕਦੇ ਆ। ਅੱਧੀ ਜ਼ਿੰਮੇਵਾਰੀ ਇੱਕ ਤੇ ਪੈ ਸਕਦੀ ਹੈ, ਅੱਧੀ ਇੱਕ ਤੇ ਪੈ ਸਕਦੀ ਹੈ। ਕੰਮ ਵੰਡਿਆ ਜਾਂਦਾ, ਦੋਨੋਂ ਮੁੰਡੇ ਦੋਨੋਂ ਨੂੰਹਾਂ ਵਧੀਆ ਤੋਂ ਵਧੀਆ ਕੰਮ ਕਰਕੇ ਮਾਪਿਓ ਦੇ ਅੱਗੇ ਚੰਗਾ ਬਣਨਾ ਚਾਹੁੰਦੇ ਹਨ। ਚੰਗੇ ਮਾੜੇ ਦਾ ਪਤਾ ਲੱਗ ਜਾਂਦਾ ਵੀ ਕਿਹੜਾ ਚੰਗਾ ਹੈ ਤੇ ਕਿਹੜਾ ਮਾੜਾ ਹੈ, ਕਿਹੜੀ ਨੂੰਹ ਚੰਗੀ ਹੈ ਤੇ ਕਿਹੜੀ ਨੂੰਹ ਮਾੜੀ ਹੈ। ਠੀਕ ਹੈ, ਪੇਰੈਂਟਸ ਨੂੰ ਵੀ ਆਸਰਾ ਹੁੰਦਾ ਵੀ ਚੱਲ ਇੱਕ ਨਹੀਂ ਤਾਂ ਦੂਜਾ ਸਹੀ। ਮੇਰੀ ਗੱਲ ਫੋਲੋ ਕਰ ਗਏ? ਦੋ ਹਮੇਸ਼ਾ ਬੈਟਰ ਹੁੰਦੇ, ਪਰ ਕਹਿੰਦੇ ਹੁੰਦੇ ਪੰਜਾਬੀ ਚ ਕਹਿੰਦੇ ਤੀਜਾ ਰਲਿਆ ਤੇ ਕੰਮ ਗੱਲਿਆ। ਸੋ ਜਦੋਂ ਤਿੰਨ 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 ਚਾਰ ਬਹੁ ਪਾਰਟੀ ਸਿਸਟਮ ਹੋ ਜਾਂਦੀ, ਉੱਥੇ ਤਾਂ ਫਿਰ ਕੰਮ ਆਪਣੇ ਇੰਡੀਆ ਵਾਂਗ ਖਰਾਬ ਹੋ ਜਾਂਦਾ। ਸੋ ਦੋ ਦਲੀ ਪ੍ਰਣਾਲੀ ਦੇ ਗੁਣ ਲਿਖ ਲਓ। ਨੰਬਰ 1, ਲੋਕਾਂ ਕੋਲ ਚੋਣਾਂ ਸਮੇਂ ਦੋ ਦਲਾਂ ਦੇ ਵਿੱਚ ਚੁਆਇਸ ਹੁੰਦੀ ਹੈ। ਠੀਕ ਹੈ, ਇਲੈਕਸ਼ਨ ਐਟ ਦਾ ਟਾਈਮ ਆਫ ਇਲੈਕਸ਼ਨ ਪੀਪਲ ਹੈਵ ਚੁਆਇਸ। ਦੋ ਦਲਾਂ ਦੇ ਵਿੱਚ ਲੋਕਾਂ ਕੋਲ ਚੁਆਇਸ ਹੁੰਦੀ ਹੈ, ਪਹਿਲਾ ਗੱਲ ਉਹ ਗੁਣ। ਦੂਸਰੀ ਗੱਲ, ਜ਼ਿੰਮੇਵਾਰ ਸਰਕਾਰ ਬਣਦੀ ਹੈ। ਜ਼ਿੰਮੇਵਾਰ ਜਿਹੜਾ ਦਲ ਜਿੱਤਦਾ ਹੈ, ਚੰਗੀ ਮੈਜੋਰਟੀ ਨਾਲ ਜਿੱਤਦਾ ਹੈ, ਜ਼ਿੰਮੇਵਾਰ ਸਰਕਾਰ ਬਣਦੀ ਹੈ। ਨੰਬਰ 3, ਜ਼ਿੰਮੇਵਾਰ ਵਿਰੋਧੀ ਦਲ ਹੁੰਦਾ ਹੈ। ਜ਼ਿੰਮੇਵਾਰ ਅਤੇ ਮਜ਼ਬੂਤ ਸਰਕਾਰ ਵੀ ਮਜ਼ਬੂਤ ਬਣਦੀ ਹੈ, ਵਿਰੋਧੀ ਪਾਰਟੀ ਵੀ ਮਜ਼ਬੂਤ ਹੁੰਦੀ ਹੈ, ਕਿਉਂਕਿ ਥੋੜੀਆਂ ਜਿਹੀਆਂ ਵੋਟਾਂ ਦਾ ਫਰਕ। ਤੁਸੀਂ ਅਮਰੀਕਾ, ਇੰਗਲੈਂਡ ਦੀਆਂ ਕਦੇ ਇਲੈਕਸ਼ਨ ਦੇਖੋ, ਥੋੜੀ ਜਿਹੀ ਵੋਟਾਂ ਦਾ ਫਰਕ ਹੁੰਦਾ ਹੈ, ਪਰ ਉੱਥੇ ਵਿਰੋਧੀ ਪਾਰਟੀ ਵੀ ਮਜ਼ਬੂਤ। ਅਗਲੀ ਗੱਲ, ਵਿਰੋਧੀ ਪਾਰਟੀ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਵੀ ਕੰਮ ਕਰਦੀ ਹੈ, ਕਿਉਂਕਿ ਉਹਨਾਂ ਨੂੰ ਪਤਾ ਜੇ ਅਸੀਂ ਪੁੱਠੇ ਕੰਮ ਕਰਾਂਗੇ, ਅਗਲੀ ਵਾਰੀ ਲੋਕਾਂ ਨੇ ਇਹਨਾਂ ਨੂੰ ਦੁਬਾਰਾ ਜਿਤਾ ਦੇਣਾ, ਸਾਨੂੰ ਵੀ ਜਿਤਾ। ਠੀਕ ਹੈ ਜੀ, ਵਿਰੋਧੀ ਪਾਰਟੀ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਦੀ ਹੈ। ਉਸ ਤੋਂ ਬਾਅਦ ਸਥਿਰ ਸਰਕਾਰ ਬਣਦੀ ਹੈ। ਜਿਹੜੀ ਸਰਕਾਰ 4 ਸਾਲ 5 ਸਾਲ ਲਈ ਚੁਣੀ ਜਾਂਦੀ, ਉਹ 4-5 ਸਾਲ ਚੱਲਦੀ ਹੈ। ਬਦਲਵੀਂ ਸਰਕਾਰ ਬਣਾਉਣੀ ਸੌਖੀ ਹੈ। ਜੇ ਕਿਸੇ ਕਾਰਨ ਇੱਕ ਸਰਕਾਰ ਭੰਗ ਹੋ ਜੇ ਜਾਂ ਇੱਕ ਦਲ ਨਾ ਸਰਕਾਰ ਬਣਾ ਸਕੇ, ਤਾਂ ਸਾਡੇ ਕੋਲ ਚੁਆਇਸ ਹੁੰਦੀ ਹੈ, ਦੇਸ਼ ਕੋਲ ਚੁਆਇਸ ਹੁੰਦੀ ਹੈ, ਉਹ ਬਦਲ ਕੇ ਦੂਜੇ ਦਲ ਨੂੰ ਪਾਵਰ ਦੇ ਸਕਦੇ ਹੈ। ਠੀਕ ਹੈ ਜੀ, ਦੇਸ਼ ਬਹੁਤੀ ਜ਼ਿਆਦਾ ਗੁੱਟਾਂ ਵਿੱਚ ਜਾਂ ਵਰਗਾਂ ਵਿੱਚ ਨਹੀਂ ਵੰਡਿਆ ਜਾਂਦਾ। ਇਹ ਵੀ ਕੋਈ ਇਹ ਨਹੀਂ ਵੀ ਧਰਮ ਦੇ ਆਧਾਰ ਤੇ ਵੰਡ ਤੇ, ਜਾਤ ਦੇ ਵੰਡ ਤੇ, ਇਸ ਤਰ੍ਹਾਂ ਦੀ ਵੰਡੀਆਂ ਵੀ ਨਹੀਂ ਹੁੰਦੀਆਂ। ਇਹ ਵੀ ਪੁਆਇੰਟ ਬਹੁਤ ਸੋਲਿਡ ਪੁਆਇੰਟ ਹੈ। ਠੀਕ ਹੈ ਜੀ, ਸ਼ਾਸਕ ਦਲ ਤਾਨਾ ਦਾ ਹੈ, ਮੇਰੇ ਨਾਲ ਵੀ ਤਾਨਾਸ਼ਾਹ ਨਹੀਂ ਬਣਦਾ, ਮਨਮਰਜ਼ੀ ਨਹੀਂ ਕਰਦਾ, ਲੋਕਾਂ ਤੇ ਜ਼ੁਲਮ ਨਹੀਂ ਕਰ ਸਕਦਾ। ਉਹਨੂੰ ਪਤਾ ਜੇ ਮੈਂ ਕੁਝ ਗਲਤ ਕਰਾਂਗਾ ਤਾਂ ਲੋਕੀ ਮੈਨੂੰ ਅਗਲੀ ਵਾਰੀ ਚੇਂਜ ਕਰ ਦੇਣਗੇ ਤੇ ਹੋ ਸਕਦਾ ਫਿਰ ਮੈਨੂੰ ਜਿਤਾਣ ਹੀ ਨਾ।
ਸਮਝ ਆ ਗਈ। ਸੋ ਇਹ ਸਾਰੇ ਪੁਆਇੰਟ ਕੀ ਹੈ, ਦੋ ਦਲੀ ਪ੍ਰਣਾਲੀ ਦੇ ਗੁਣ ਨੇ। ਹੁਣ ਜੇ ਆਪਾਂ ਦੋ ਦਲੀ ਪ੍ਰਣਾਲੀ ਦੇ ਔਗਣਾਂ ਦੀ ਗੱਲ ਕਰੀਏ, ਡੀਮੈਰਿਟਸ ਦੀ ਗੱਲ ਕਰੀਏ, ਤਾਂ ਜ਼ਬਰਦਸਤੀ ਜੇ ਔਗਣ ਕੱਢਣੇ ਹੋਣ ਤਾਂ ਆਪਾਂ ਕੱਢ ਸਕਦੇ ਹਾਂ ਵੀ ਲੋਕਾਂ ਕੋਲ ਸਿਰਫ ਚੁਣਨ ਲਈ ਦੋ ਦਲ ਹੁੰਦੇ ਹੈ, ਦੋ ਦਲ ਹੀ ਸਰਕਾਰ ਬਣਾਉਂਦੇ, ਅਦਰਵਾਈਜ਼ ਇਹਦੇ 'ਚ ਕੋਈ ਔਗਣ ਨਹੀਂ ਹੈ। ਜਿਵੇਂ ਆਪਾਂ ਕਹਿ ਸਕਦੇ ਜ਼ਬਰਦਸਤੀ ਕਿਸੇ 'ਚ ਨੁਕਸ ਕੱਢਣਾ, ਮੈਂ ਬੜੀ ਵਾਰੀ ਐਗਜ਼ਾਮਪਲ ਦਿੰਦੀ ਹੁੰਦੀ ਹਾਂ ਕਿ ਨੁਕਸ ਜ਼ਬਰਦਸਤੀ ਕੱਢਣਾ ਵੀ ਸਾਡੀ ਨੂੰਹ ਦੇ ਜਦੋਂ ਰੋਟੀ ਖਾਂਦੀ ਹੈ ਤਾਂ ਮੂੰਹ ਹਿੱਲਦਾ, ਜਦੋਂ ਆਟਾ ਗੁੰਨਦੀ ਹੈ ਤਾਂ ਖਿਲਦੀ ਹੈ, ਇਹ ਜ਼ਬਰਦਸਤੀ ਦਾ ਨੁਕਸ ਹੈ ਕਿਸੇ 'ਚ ਕੱਢਣਾ। ਸੋ ਦੋ ਦਲੀ ਪ੍ਰਣਾਲੀ 'ਚ ਵੈਸੇ ਕੋਈ ਖਾਸ ਨੁਕਸ ਹੈ ਨਹੀਂ, ਜ਼ਬਰਦਸਤੀ ਆਪਾਂ ਨੁਕਸ ਕੱਢਣੇ ਹੋਣ ਤੱਕ ਤਾਂ ਪੁਆਇੰਟ ਬਣਾਉਣੇ ਹੋਣ ਤਾਂ ਬਣਾ ਸਕਦੇ। ਜੇ ਤੁਹਾਨੂੰ ਇੱਕ ਕੁਐਸਚਨ ਆ ਜੇ ਕਿ ਕਿਹੜੀ ਦਲ ਪ੍ਰਣਾਲੀ ਸਭ ਤੋਂ ਵਧੀਆ ਹੈ ਅਤੇ ਕਿਉਂ, ਤਾਂ ਕੀ ਜਵਾਬ ਹੈ, ਦੋ ਦਲੀ ਪ੍ਰਣਾਲੀ ਸਭ ਤੋਂ ਵਧੀਆ ਹੈ ਅਤੇ ਕਿਉਂ। ਕਿਉਂ ਮਤਲਬ ਗੁਣ ਲਿਖ ਦੇਣੇ ਉਹਦੇ ਵੀ ਇਸ ਕਰਕੇ ਵਧੀਆ। ਅੱਗੇ ਆਪਾਂ ਗੱਲ ਕਰਾਂਗੇ ਬਹੁ ਪਾਰਟੀ ਸਿਸਟਮ, ਮਲਟੀ ਪਾਰਟੀ ਸਿਸਟਮ ਦੇ ਗੁਣਾਂ ਦੀ। ਹੁਣ ਦੇਖੋ ਐਗਜ਼ਾਮਪਲ ਆਪਣੇ ਦਿਮਾਗ 'ਚ ਰੱਖੋ ਕਿ ਇੱਕ ਬੰਦਾ ਹੈ, ਉਹਦੇ 4-5 ਮੁੰਡੇ ਹੈ। ਹੁਣ ਆਪਾਂ ਉਹਨਾਂ 4-5 ਮੁੰਡਿਆਂ ਦਾ ਫਾਇਦਾ ਦੇਖਣਾ। ਉਸੇ ਤਰੀਕੇ ਨਾਲ ਹੁਣ ਪੰਜਾਬ ਹੈ, ਭਾਰਤ ਹੈ, ਸਾਡੇ ਕੋਲ ਵਾਧੂ ਰਾਜਨੀਤਿਕ ਦਲ ਨੇ, ਤਾਂ ਉਹਦਾ ਫਾਇਦਾ ਕੀ ਹੈ। ਪਹਿਲਾ ਫਾਇਦਾ ਲਿਖੋ, ਲੋਕਾਂ ਕੋਲ ਚੁਆਇਸ ਬਹੁਤ ਜ਼ਿਆਦਾ ਹੁੰਦੀ ਹੈ। ਠੀਕ ਹੈ, ਲੋਕਾਂ ਚੋਣ ਜਾਂ ਚੁਆਇਸ ਲੋਕਾਂ ਦੀ ਬਹੁਤ ਜ਼ਿਆਦਾ ਹੁੰਦੀ ਹੈ। ਚੁਆਇਸ ਦਾ ਘੇਰਾ ਬਹੁਤ ਵੱਡਾ ਹੁੰਦਾ ਹੈ, ਤੁਹਾਡੇ ਸਾਹਮਣੇ ਹੈ। ਹੁਣ ਪੰਜਾਬ ਦੇ ਲੋਕਾਂ ਕੋਲ ਕਿਸੇ ਚਾਹੇ ਅਕਾਲੀ ਦਲ ਨੂੰ ਜਿਤਾ ਦੇਣ, ਚਾਹੇ ਕਾਂਗਰਸ ਜਿਤਾ ਦੇਣ, ਚਾਹੇ ਆਮ ਆਦਮੀ ਪਾਰਟੀ ਜਿਤਾ ਦੇਣ, ਚਾਹੇ ਅਸੀਂ ਕਹਿ ਸਕਦੇ ਹਾਂ ਬੀਜੇਪੀ ਜਿਤਾ ਦੇਣ, ਕਿੰਨੀ ਚੁਆਇਸ ਹੈ ਸਾਡੇ ਦੇਸ਼ ਵਿੱਚ, ਚੁਆਇਸ ਬਹੁਤ ਹੈ। ਠੀਕ ਹੈ, ਚੁਆਇਸ ਬਹੁਤ ਹੁੰਦੀ ਹੈ। ਦੂਸਰੀ ਗੱਲ, ਹਰ ਵਰਗ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ, ਹਰ ਵਰਗ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ। ਹੁਣ ਤੁਸੀਂ ਦੇਖੋ ਜਣੇ ਖਣੇ ਦੀ ਸਾਡੇ ਦੇਸ਼ ਦੇ ਵਿੱਚ ਸਾਰੇ ਵਰਗਾਂ ਦੀ, ਧਰਮ ਦੇ ਆਧਾਰ ਤੇ ਪਾਰਟੀਆਂ ਨੇ, ਜਾਤ ਦੇ ਆਧਾਰ ਤੇ ਪਾਰਟੀਆਂ ਨੇ, ਖੇਤਰ ਦੇ ਆਧਾਰ ਤੇ ਪਾਰਟੀਆਂ ਨੇ, ਜਿਹਦਾ ਦਿਲ ਕਰਦਾ ਜਿਹੜੀ ਪਾਰਟੀ 'ਚ ਜੁਆਇਨ ਕਰਨਾ ਕਰੇ, ਸਾਰੇ ਵਰਗਾਂ ਨੂੰ ਪ੍ਰਤੀਨਿਧਤਾ ਮਿਲੀ ਹੋਈ ਹੈ। ਠੀਕ ਹੈ ਜੀ। ਉਸ ਤੋਂ ਅਗਲੀ ਗੱਲ, ਸਰਕਾਰ ਇੱਕ ਪਾਰਟੀ ਵੀ ਬਣਾ ਸਕਦੀ ਹੈ ਅਤੇ ਰਲੀ ਮਿਲੀ ਸਰਕਾਰ ਵੀ ਬਣ ਸਕਦੀ ਹੈ। ਠੀਕ ਹੈ ਜੀ, ਸਾਡੇ ਬਣੀਆਂ ਨੇ ਜੇ ਦੋ ਟਰਮਸ ਵਿੱਚ। ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਨਹੀਂ ਆ ਸਕਦੀ, ਕੱਲੀ ਮੈਜੋਰਟੀ ਨਹੀਂ ਲੈ ਜਾਂਦੀ, ਫਿਰ ਰਲੀ ਮਿਲੀ ਸਰਕਾਰ ਪੰਜਾਬ 'ਚ ਵੀ ਬਣਨੀ। ਪਾਰਟੀ ਸਿਸਟਮ ਹੈ ਕਿ ਹੁੰਦੇ ਹਨ, ਕਈ ਦਲ ਹੁੰਦੇ ਹਨ ਜਿਹੜੇ ਸਰਕਾਰ ਬਣਾ ਸਕਦੇ ਹਨ। ਇਹ ਵੀ ਮਲਟੀ ਪਾਰਟੀ ਦਾ ਫਾਇਦਾ ਹੈ। ਜਿੱਦਾਂ ਆਪਾਂ ਕਹਿ ਸਕਦੇ ਹਾਂ ਇੱਕ ਦੇ ਕਾਫੀ ਸਾਰੇ ਮੁੰਡੇ ਆ ਤਾਂ ਕਾਫੀ ਚੁਆਇਸ ਹੁੰਦੀ ਹੈ ਪੇਰੈਂਟਸ ਕੋਲ, ਇੱਕ ਕੋਲ ਨਹੀਂ ਦੂਜਾ, ਦੂਜਾ ਨਹੀਂ ਤੀਜਾ, ਤੀਜਾ ਨਹੀਂ ਚੌਥਾ। ਠੀਕ ਹੈ, ਲੋਕਾਂ ਕੋਲ ਵੀ ਚੁਆਇਸ ਹੈ। ਮੇਰਾ ਪੁਆਇੰਟ ਫੋਲੋ ਕਰ, ਲੋਕਾਂ ਕੋਲ ਵੀ ਚੁਆਇਸ ਹੈ, ਚੁਣਨ ਵੇਲੇ ਵੀ ਚੁਆਇਸ ਹੈ, ਸਰਕਾਰ ਬਣਾਉਣ ਵੇਲੇ ਵੀ ਚੁਆਇਸ ਹੈ। ਕੱਲੀ ਦਲ ਵੀ ਸਰਕਾਰ ਬਣਾ ਸਕਦਾ, ਰਲੀਆਂ ਮਿਲੀਆਂ ਸਰਕਾਰਾਂ ਵੀ ਬਣ ਸਕਦੀਆਂ, ਲੋਕੀ ਸਰਕਾਰਾਂ ਨੂੰ ਬਦਲ ਵੀ ਸਕਦੇ ਹੈ। ਜਦੋਂ ਲੋਕੀ ਇੱਕ ਦਲ ਤੋਂ ਦੁਖੀ ਆ ਜਾਣ ਤਾਂ ਉਹ ਕਿਸੇ ਹੋਰ ਦਲ ਨੂੰ, ਜੇ ਦੂਜੇ ਤੋਂ ਵੀ ਦੁਖੀ ਆ ਗਏ ਤਾਂ ਕਿਸੇ ਹੋਰ ਦਲ ਨੂੰ, ਜੇ ਉਸ ਤੋਂ ਵੀ ਦੁਖੀ ਆ ਗਏ ਤਾਂ ਕਿਸੇ ਹੋਰ ਦਲ ਨੂੰ। ਹੁਣ ਪੰਜਾਬ 'ਚ ਤਾਂ ਸਾਡੇ ਸਾਹਮਣੇ ਸਿੰਪਲ ਐਗਜ਼ਾਮਪਲ ਹੋ ਸਕਦਾ ਪੰਜਾਬ ਦੇ ਲੋਕ ਅਕਾਲੀ ਦਲ ਤੋਂ ਵੀ ਪਰੇਸ਼ਾਨ ਹੋ ਗਏ ਹੋਣ, ਕਾਂਗਰਸ ਤੋਂ ਪਰੇਸ਼ਾਨ ਹੋਣ, ਬੀਜੇਪੀ ਤੋਂ ਪਰੇਸ਼ਾਨ ਹੋ ਗਏ ਹੋਣ, ਕਈਆਂ ਤੋਂ ਪਰੇਸ਼ਾਨ ਹੋ ਕੇ ਹੋ ਸਕਦਾ ਉਹਨਾਂ ਨੇ ਤਾਂ ਚੌਥੇ ਨੰਬਰ ਦੇ ਉੱਤੇ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਆਪਣੀ ਚੁਆਇਸ ਬਣਾ ਲਿਆ। ਮਲਟੀ ਪਾਰਟੀ ਸਿਸਟਮ ਹੈ, ਲੋਕਾਂ ਕੋਲ ਚੁਆਇਸ ਹੈ, ਦਲ ਹੀ ਕਈ ਨੇ। ਮੇਰਾ ਪੁਆਇੰਟ ਫੋਲੋ ਕਰੇ, ਦਲ ਬਹੁਤ ਨੇ, ਐਗਜ਼ਾਮਪਲਸ ਵਿੱਚ ਮੈਨੂੰ ਦੇਣੀਆਂ ਪੈਂਦੀਆਂ ਜਦੋਂ ਮੈਂ ਕੁਝ ਸਮਝਾਉਣਾ ਹੋਵੇ। ਐਗਜ਼ਾਮਪਲਸ ਮੈਨੂੰ, ਮੈਂ ਟੀਚਰ ਹੈ, ਮੈਨੂੰ ਐਗਜ਼ਾਮਪਲਸ ਦੇਣੀਆਂ ਪੈਂਦੀਆਂ, ਔਰ ਐਗਜ਼ਾਮਪਲਸ ਵੀ ਮੈਂ ਕਿਤੇ ਬਾਹਰਲੇ ਦੇਸ਼ਾਂ ਦੀਆਂ ਘੱਟ ਦੇਣੀਆਂ, ਆਪਣੇ ਪੰਜਾਬ ਦੀ, ਆਪਣੇ ਭਾਰਤ ਦੀ ਐਗਜ਼ਾਮਪਲ ਮੈਨੂੰ ਦੇਣੀ ਪੈਂਦੀ। ਮੇਰਾ ਸੰਬੰਧ ਕਿਸੇ ਪਾਰਟੀ ਨਾਲ ਨਹੀਂ ਹੈ, ਨਾ ਮੈਂ ਕਿਸੇ ਪਾਰਟੀ ਦੇ ਹੱਕ ਵਿੱਚ ਹੈ, ਨਾ ਮੈਂ ਕਿਸੇ ਪਾਰਟੀ ਦੇ ਵਿਰੋਧ ਵਿੱਚ ਹਾਂ। ਕਿਉਂ? ਕਿਉਂਕਿ ਮੈਂ ਸਰਕਾਰੀ ਮੁਲਾਜ਼ਮ ਹੈ, ਮੈਂ ਤਾਂ ਸਰਕਾਰੀ ਟੀਚਰ ਹਾਂ। ਠੀਕ ਹੈ, ਮੇਰਾ ਕੰਮ ਤਾਂ ਇੱਕ ਆਪਣਾ ਆਪਣੇ ਕੰਮ ਤੱਕ ਮਤਲਬ ਰੱਖਣਾ ਹੈ, ਚਾਹੇ ਕਾਂਗਰਸ ਆ ਜਾਏ, ਚਾਹੇ ਬੀਜੇਪੀ ਆ ਜਾਏ, ਚਾਹੇ ਆਮ ਆਦਮੀ ਪਾਰਟੀ ਆ ਜਾਏ, ਅਸੀਂ ਇਮਾਨਦਾਰੀ ਨਾਲ ਆਪਣਾ ਕੰਮ ਕਰਨਾ ਹੈ। ਬਟ ਜਦੋਂ ਮੈਂ ਤੁਹਾਨੂੰ ਕੋਈ ਗੱਲ ਸਮਝਾਣੀ ਹੈ ਤਾਂ ਮੈਨੂੰ ਆਈ ਹੈਵ ਟੂ ਗਿਵ ਯੂ ਐਗਜ਼ਾਮਪਲ, ਤੇ ਬੱਚੇ ਨੂੰ ਐਗਜ਼ਾਮਪਲ ਹਮੇਸ਼ਾ ਉਹ ਸਮਝ ਆਉਂਦੀ ਹੈ ਜਿਹੜੀ ਉਹਦੇ ਆਲੇ ਦੁਆਲੇ। ਦੈਟਸ ਵਾਈ ਕਿ ਮੈਂ ਐਗਜ਼ਾਮਪਲਸ ਦੇਣੀ ਹੈ। ਠੀਕ ਹੈ ਜੀ। ਸੋ ਬਟ ਯਾਦ ਰੱਖੋ, ਉਦੋਂ ਆਪਣੇ ਭਾਰਤ ਨੂੰ ਯਾਦ ਰੱਖੋ।
ਹੁਣ ਭਾਰਤ ਵਿੱਚ ਬਹੁਦਲੀ ਪ੍ਰਣਾਲੀ ਹੈ, ਭਾਰਤ ਵਿੱਚ ਸਾਰੇ ਦੋਸ਼ ਪਾਏ ਜਾਂਦੇ ਆ। ਕੀ ਦੋਸ਼ ਹੈ? ਨੰਬਰ 1, ਸਥਿਰ ਸਰਕਾਰ ਨਹੀਂ ਬਣਦੀ। ਅੱਜ ਬਣੀਆਂ ਕੱਲ ਟੁੱਟੀਆਂ, ਅੱਜ ਟੁੱਟੀਆਂ। ਮੇਰੀ ਗੱਲ ਸਮਝ ਆ ਗਈ? ਸਥਿਰ ਸਰਕਾਰ ਨਹੀਂ ਬਣਦੀ। ਉਸ ਤੋਂ ਇਲਾਵਾ ਦੇਸ਼ ਵਿੱਚ ਏਕਤਾ ਨਹੀਂ ਰਹਿੰਦੀ, ਬਹੁਤ ਵੱਡਾ ਪੁਆਇੰਟ ਹੈ। ਦੇਸ਼ ਦੀ ਏਕਤਾ ਭੰਗ ਹੋ ਜਾਂਦੀ ਹੈ, ਸਾਰੇ ਦਲ ਆਪਸ ਵਿੱਚ ਲੜਦੇ ਆ। ਆਪਾਂ ਤਾਂ ਰੋਜ਼ ਦੇਖਦੇ ਹਾਂ ਇਹ ਚੀਜ਼, ਤਾਂ ਆਪਾਂ ਰੋਜ਼ ਸਾਡੇ ਹੱਡਾਂ 'ਚ ਵੱਸ ਚੁੱਕੀ ਹੈ। ਅਸੀਂ ਰੋਜ਼ ਦੇਖਦੇ ਹਾਂ ਸਾਡੀਆਂ ਪੋਲੀਟੀਕਲ ਪਾਰਟੀਆਂ ਆਪਸ ਵਿੱਚ ਕਿੰਨਾ ਲੜਦੀਆਂ ਹਨ। ਮੇਰਾ ਪੁਆਇੰਟ ਫੋਲੋ ਕਰਕੇ ਦੇਸ਼ ਵਿੱਚ ਏਕਤਾ ਨਹੀਂ ਬਣਦੀ। ਉਸ ਤੋਂ ਇਲਾਵਾ ਲਿਖੋ ਜਿਹੜੀਆਂ ਪਾਰਟੀਆਂ, ਲਿਖ ਲਓ, ਜੋ ਪਾਰਟੀਆਂ ਧਰਮ, ਜਾਤ, ਖੇਤਰ ਦੇ ਆਧਾਰ ਤੇ ਬਣੀਆਂ ਹੋਈਆਂ, ਰਿਲੀਜਨ ਬੇਸਡ ਪਾਰਟੀ ਹੈ, ਕਾਸਟ ਬੇਸਡ ਪਾਰਟੀ ਹੈ, ਰੀਜਨ ਬੇਸਡ ਪਾਰਟੀ ਹੈ, ਤਾਂ ਉਹ ਕੀ ਹੈ? ਅਕਸਰ ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰਦੀਆਂ ਹਨ। ਮੇਰੀ ਗੱਲ ਸਮਝ ਆ ਗਈ? ਧਰਮ, ਜਾਤ, ਖੇਤਰ ਦੇ ਆਧਾਰ ਤੇ ਬਣੀਆਂ ਹੋਈਆਂ ਪਾਰਟੀਆਂ ਅਕਸਰ ਲੋਕਾਂ ਨੂੰ ਆਪਸ ਵਿੱਚ ਲੜਾਉਣ ਦਾ ਕੰਮ ਕਰਦੀਆਂ ਹਨ। ਦੇਸ਼ ਵਿੱਚ ਭ੍ਰਸ਼ਟਾਚਾਰ ਫੈਲਦਾ ਹੈ, ਕਰਪਸ਼ਨ ਫੈਲਦੀ ਹੈ। ਕਿੱਦਾਂ? ਜਿਹੜੇ ਉਮੀਦ, ਜਦੋਂ ਸਰਕਾਰ ਦੇ ਬੰਦੇ ਘਟ ਜਾਂਦੇ ਆ, ਤਾਂ ਜਿਹੜੇ ਜਿੱਤੇ ਹੁੰਦੇ ਉਹਨਾਂ ਨੂੰ ਰਾਤੋਂ ਰਾਤ ਕਰੋੜਾਂ ਰੁਪਏ ਦੇ ਕੇ ਖਰੀਦ ਕੇ ਆਪਣੇ ਵਿੱਚੋਂ ਕਰਦੇ ਹਨ। ਪੈਸਾ ਬਹੁਤ ਵੇਸਟ ਹੁੰਦਾ ਹੈ, ਕੰਟਰੀ ਦਾ ਪੈਸਾ ਬਹੁਤ ਵੇਸਟ ਹੁੰਦਾ ਹੈ, ਲੋਕਾਂ ਦਾ ਸਮਾਂ ਬਹੁਤ ਵੇਸਟ ਹੁੰਦਾ ਹੈ। ਰਲੀਆਂ, ਲਿਖ ਲਓ, ਜਦੋਂ ਰਲੀਆਂ ਮਿਲੀਆਂ ਸਰਕਾਰਾਂ ਬਣਦੀਆਂ ਹਨ, ਉਹ ਅਕਸਰ ਜਦੋਂ ਰਲੀਆਂ ਮਿਲੀਆਂ ਸਰਕਾਰਾਂ ਬਣਦੀਆਂ ਹਨ, ਕਈ ਪਾਰਟੀਆਂ ਦੀ ਰਲੀ ਮਿਲੀ ਸਰਕਾਰ ਬਣਦੀ ਹੈ, ਜਾਂ ਟੁੱਟ ਜਾਂਦੀ ਹੈ ਜਾਂ ਕਮਜ਼ੋਰ ਪੈ ਜਾਂਦੀ ਹੈ, ਵਧੀਆ ਸਰਕਾਰ ਨਹੀਂ ਚੱਲਦੀ। ਹੁਣ ਆਗੇ ਪੁਆਇੰਟ, ਦੇਸ਼ ਦੀ ਏਕਤਾ ਭੰਗ ਹੋ ਸਕਦੀ ਹੈ, ਸਥਿਰ ਸਰਕਾਰ ਨਹੀਂ ਹੁੰਦੀ, ਮਜ਼ਬੂਤ ਸਰਕਾਰ ਨਹੀਂ ਬਣਦੀ। ਬਹੁ ਪਾਰਟੀ ਸਿਸਟਮ ਦੇ ਵਿੱਚ ਮਜ਼ਬੂਤ ਸਰਕਾਰ ਸਿਰਫ ਉਦੋਂ ਬਣਦੀ ਹੈ ਜੇ ਕਿਸੇ ਇੱਕ ਦਲ ਨੂੰ ਬਹੁਮਤ ਪ੍ਰਾਪਤ ਹੋਵੇ। ਇਸ ਵੇਲੇ ਭਾਰਤ ਵਿੱਚ ਕੇਂਦਰ ਵਿੱਚ ਵੀ ਮਜ਼ਬੂਤ ਸਰਕਾਰ ਬੈਠੀ ਹੈ ਤੇ ਪੰਜਾਬ ਦੀ ਸਰਕਾਰ ਵੀ ਮਜ਼ਬੂਤ ਹੈ, ਕਿਉਂਕਿ ਕੇਂਦਰ 'ਚ ਵੀ ਮੈਜੋਰਟੀ ਹੈ ਅਤੇ ਪੰਜਾਬ ਵਿੱਚ ਵੀ ਮੈਜੋਰਟੀ ਹੈ। ਮੈਜੋਰਟੀ ਸਮਝਦੇ ਹੋ? ਪੂਰੇ ਜਿੰਨੀਆਂ ਸੀਟਾਂ ਚਾਹੀਦੀਆਂ ਉਨੀਆਂ ਸੀਟਾਂ ਹੋਣੀਆਂ ਚਾਹੀਦੀਆਂ। ਕੇਂਦਰ 'ਚ ਜੇ 282 ਸੀਟਾਂ ਚਾਹੀਦੀਆਂ ਨੇ, ਤਾਂ ਕੇਂਦਰ 272 ਦੇ ਕਰੀਬ ਸੀਟਾਂ ਚਾਹੀਦੀਆਂ। ਕੇਂਦਰ 'ਚ ਸਾਡੇ ਕੋਲ ਮੋਦੀ ਸਰਕਾਰ ਕੋਲ ਬਹੁਤ ਸੀਟਾਂ ਨੇ। ਪੰਜਾਬ ਦੇ ਵਿੱਚ ਜੇ ਸਾਨੂੰ 60 ਦੇ ਕਰੀਬ ਸੀਟਾਂ ਚਾਹੀਦੀਆਂ, ਤਾਂ 92 ਸੀਟਾਂ ਨੇ, ਪੰਜਾਬ 'ਚ ਵੀ ਮੈਜੋਰਟੀ ਹੈ। ਅਦਰਵਾਈਜ਼ ਬਹੁ ਪਾਰਟੀ ਸਿਸਟਮ 'ਚ ਜਦੋਂ ਰਲੀਆਂ ਮਿਲੀਆਂ ਸਰਕਾਰਾਂ ਬਣਦੀਆਂ, ਉਦੋਂ ਮੈਜੋਰਟੀ ਨਹੀਂ ਹੁੰਦੀ ਤੇ ਉਦੋਂ ਸਰਕਾਰਾਂ ਅਕਸਰ ਬਦਲਦੀਆਂ ਨੇ, ਟੁੱਟਦੀਆਂ ਨੇ, ਬਣਦੀਆਂ ਨੇ, ਸਮਾਂ ਪੂਰਾ ਨਹੀਂ ਕਰਦੀਆਂ। ਦੇਸ਼ ਦਾ ਧਨ ਵੀ ਵੇਸਟ ਹੁੰਦਾ ਹੈ, ਦੇਸ਼ ਦਾ ਸਮਾਂ ਵੀ ਵੇਸਟ ਹੁੰਦਾ ਹੈ। ਮੇਰੀ ਗੱਲ ਸਮਝ ਆ ਗਈ? ਜ਼ਿੰਮੇਵਾਰ ਸਰਕਾਰ ਨਹੀਂ ਹੁੰਦੀ ਰਲੀ ਮਿਲੀ ਸਰਕਾਰ। ਬਹੁਤੇ ਦਲਾਂ ਦੇ ਵਿੱਚ ਚੰਗੇ ਦਲਾਂ ਦੀ ਕਮੀ ਪਾਈ ਜਾਂਦੀ ਹੈ। ਇਹ ਲੋਕਾਂ ਨੂੰ ਲੜਾਉਣ ਦਾ ਕੰਮ ਕਰਦੇ ਹਨ, ਆਪਸ ਵਿੱਚ ਲੜਨ ਦਾ ਕੰਮ ਕਰਦੇ ਹਨ। ਦੇਸ਼ ਦੀ ਏਕਤਾ ਭੰਗ ਹੁੰਦੀ ਹੈ, ਦੇਸ਼ ਦੇ ਵਿੱਚ ਅਕਸਰ ਝਗੜੇ ਹੁੰਦੇ ਰਹਿੰਦੇ ਹਨ। ਇਹ ਸਾਰੇ ਪੁਆਇੰਟ ਕਿਹਦੇ ਆ ਗਏ? ਔਗਣ ਕਿਹਦੇ ਆ ਗਏ? ਬਹੁਦਲੀ ਪ੍ਰਣਾਲੀ। ਬੱਚੇ, ਮੈਂ ਸਿਰਫ ਤੁਹਾਨੂੰ ਆਪਣੀ ਕਲਾਸ ਵਿੱਚ ਵੀ ਕਈ ਸਾਲਾਂ ਤੋਂ ਮੈਂ ਇੱਕੋ ਹੋਕਾ ਦੇ ਰਹੀ ਹਾਂ ਸਾਰੇ ਬੱਚਿਆਂ ਨੂੰ, ਮੇਰੀ ਕਿ ਕਨਸੈਪਟ ਨੂੰ ਸਮਝ ਕੇ ਕਿ ਹੈ ਕੀ ਹੈ, ਉਹਨੂੰ ਆਪਣੇ ਸ਼ਬਦਾਂ ਵਿੱਚ ਲਿਖਣ ਦੀ ਆਦਤ ਪਾਓ। ਨਾ ਰੱਟੇ ਲਾਓ ਕਿਤਾਬਾਂ ਤੋਂ। ਹੁਣ ਦੇਖੋ, ਮੈਂ ਜਿੰਨੇ ਐਗਜ਼ਾਮਪਲਸ ਬੋਲਦੀ ਹਾਂ, ਮੈਂ ਕਦੇ ਕਿਤਾਬ ਤੋਂ ਨਹੀਂ ਬੋਲੇ। ਮੈਂ ਤੁਹਾਨੂੰ ਹੁਣ ਪੁਆਇੰਟ ਬੋਲੇ ਨੇ, ਇੱਕ ਦਲੀ ਦੇ ਗੁਣ ਬੋਲੇ, ਦੋ ਦਲੀ ਦੇ ਬੋਲੇ, ਇਹ ਬੋਲਿਆ, ਬੋਲਿਆ। ਕੋਈ ਵੀ ਇੱਕ ਪੁਆਇੰਟ ਕੋਈ ਹੋਊਗਾ ਸਿੱਧੇ ਤਰੀਕੇ ਨਾਲ, ਜ਼ਰੂਰਤ ਹੈ ਦੇਸ਼ ਦੀ ਏਕਤਾ ਵਿੱਚ ਵਾਧਾ ਹੁੰਦਾ ਹੈ, ਸਿੱਧਾ ਲਿਖੋ ਵੀ ਏਕਤਾ ਵੱਧਦੀ ਹੈ, ਲੋਕਾਂ ਨੂੰ ਰਾਜਨੀਤਿਕ ਸਿੱਖਿਆ ਮਿਲਦੀ ਹੈ। ਹਾਂਜੀ, ਜੇ ਬਹੁਦਲੀ ਪ੍ਰਣਾਲੀ ਹੋਊਗੀ ਤਾਂ ਇਹ ਵੀ ਗੁਣ ਹੈ ਵੀ ਲੋਕਾਂ ਨੂੰ ਕਿੰਨੀ ਰਾਜਨੀਤਿਕ ਸਿੱਖਿਆ ਮਿਲਦੀ ਹੈ। ਤੇ ਔਗਣ ਕੀ ਹੈ ਕਿ ਰਾਜਨੀਤਿਕ ਦਲ ਇੱਕ ਦੂਜੇ ਦੇ ਉੱਤੇ ਚਿੱਕੜ ਉਛਾਲਦੇ ਨੇ, ਇੱਕ ਦੂਜੇ ਦੇ ਪੜਦੇ, ਗਲਤ ਗੱਲਾਂ, ਗਲਤ ਠੀਕ ਨੂੰ ਉਜਾਗਰ ਕਰਦੇ ਨੇ। ਉਦੋਂ ਵੀ ਲੋਕਾਂ ਨੂੰ ਰਾਜਨੀਤਿਕ ਸਿੱਖਿਆ ਮਿਲਦੀ ਹੈ। ਤੇ ਉਹਨੂੰ ਸਮਝ ਕੇ ਜੇ ਤੁਸੀਂ ਆਪ ਪੁਆਇੰਟ ਬਣਾਓਗੇ ਜ਼ਿੰਦਗੀ 'ਚ, ਸਭ ਜੇ ਤੁਸੀਂ ਆਪ ਪੁਆਇੰਟ ਨਹੀਂ ਬਣਾਓਗੇ, ਕਿਤਾਬਾਂ ਤੋਂ ਰੱਟੇ ਲਾਓਗੇ, ਨਹੀਂ ਆਣਾ। ਹੁਣ ਮੰਨ ਲਓ ਤੁਹਾਨੂੰ ਪਹਿਲਾਂ ਸੋਚਿਓ ਬਹੁਦਲੀ ਕਿਹਨੂੰ ਕਹਿੰਦੇ ਆ? 3 ਜਾਂ 3 ਤੋਂ ਵਧੇਰੇ ਦਲ ਹੋਣ। ਭਾਰਤ ਵਿੱਚ ਕਈ ਨੇ। ਫਿਰ ਜੇ ਗੁਣ ਆ ਗਏ ਤਾਂ ਸੋਚਿਓ ਵੀ ਬਹੁਤੇ ਜ਼ਿਆਦਾ ਦਲ ਹੈ, ਫਿਰ ਉਹਦਾ ਫਾਇਦਾ ਕੀ ਹੈ? ਜੇ ਔਗਣ ਆ ਗਏ ਤਾਂ ਆ ਗਿਆ, ਉਹਦਾ ਨੁਕਸਾਨ ਕੀ ਹੈ? ਜੇ ਤੁਸੀਂ ਸੋਚ ਕੇ ਇੱਕ ਵਾਰੀ ਮੈਨੂੰ ਛੱਡ ਕੇ, ਕਿਤਾਬਾਂ ਨੂੰ ਛੱਡ ਕੇ ਸੋਚ ਕੇ ਆਪ ਪੁਆਇੰਟ ਬਣਾਓਗੇ ਨਾ, 2-4 ਕੁਐਸਚਨ ਜਦ ਤੁਸੀਂ ਆਪ ਬਣਾ ਕੇ ਲਿਖ ਲਏ, ਜੇ ਤੁਹਾਡੇ 'ਚ ਕੌਨਫੀਡੈਂਸ ਆ। ਮੈਂ ਬਾਰ-ਬਾਰ ਕਹਿੰਦੀ ਹਾਂ, ਸਾਡੇ ਅਧਿਆਪਕ ਵਰਗ ਦਾ ਵੀ ਦੁਖਾਂਤ ਹੈ, ਤੁਹਾਡਾ ਵੀ ਦੁਖਾਂਤ ਹੈ, ਇਹ ਸਾਡੀ ਪੜ੍ਹਾਈ ਦਾ ਦੁਖਾਂਤ ਹੈ
ਕਿ ਅਸੀਂ ਆਪ ਬਣਾ ਕੇ ਨਹੀਂ ਲਿਖਣਾ ਸਿਖਾਇਆ ਬੱਚਿਆਂ ਨੂੰ, ਅਸੀਂ ਰੱਟੇ ਹੀ ਮਰਵਾਏ ਨੇ। ਅਸੀਂ ਰੱਟੇ ਹੀ ਮਰਵਾਏ ਆ। ਅਸੀਂ ਫੀਸ ਮਾਫੀ ਦੀਆਂ ਅਰਜ਼ੀਆਂ ਲਿਖਾਈਆਂ, ਰੱਟੇ ਮਰਵਾਏ। ਮੇਰਾ ਮਿੱਤਰ ਲਿਖਾਇਆ, ਸਭ ਦਾ ਮਿੱਤਰ ਰਾਮ ਹੈ, ਸਭ ਸਵੇਰੇ ਉੱਠਦਾ, ਐਕਸਰਸਾਈਜ਼ ਕਰਦਾ, ਉਹਦੇ ਚੰਗੇ ਗੁਣ ਨੇ। ਕਿਉਂ ਮਿੱਤਰ ਮਾੜਾ ਨਹੀਂ ਹੋ ਸਕਦਾ? ਮੰਨ ਲਓ ਮੇਰਾ ਮਿੱਤਰ ਕੋਈ ਇਹੋ ਜਿਹਾ ਵੀ ਹੋਵੇ ਜਿਹੜਾ ਸਵੇਰੇ ਨਾ ਉੱਠਦਾ ਹੋਵੇ ਵਿਚਾਰਾ, ਪੜ੍ਹਾਈ 'ਚ ਹੁਸ਼ਿਆਰ ਵੀ ਨਾ ਹੋਵੇ, ਹੋ ਸਕਦਾ ਉਹ ਲੀਡਰ ਵੀ ਨਾ ਹੋਵੇ, ਪਰ ਨਾ, ਮਿੱਤਰ ਮੇਰਾ ਮਿੱਤਰ ਰਾਮ ਹੈ, ਉਹ ਕਸਰਤ ਕਰਦਾ, ਉਹ ਸਵੇਰੇ ਉੱਠਦਾ, ਉਹ ਫਸਟ ਆਉਂਦਾ, ਉਹ ਮੋਨੀਟਰ ਹੈ। ਕਿਉਂ? ਕਿਉਂਕਿ ਜੋ ਅਸੀਂ ਲਿਖਣਾ ਚਾਹੁੰਦੇ ਸਾਨੂੰ ਤਾਂ ਕੋਈ ਲਿਖਣ ਹੀ ਨਹੀਂ ਦਿੰਦਾ। ਦੀਵਾਲੀ ਦਾ ਲੇਖ ਮੈਂ ਬੜੇ ਦੇਖੇ, ਦੀਵਾਲੀ ਮਨਾਉਂਦੇ ਆ ਅਸੀਂ, ਦੀਵਾਲੀ ਤੇ ਕੱਪੜੇ ਪਾਏ, ਅਸੀਂ ਮਿਠਾਈਆਂ ਖਾਧੀਆਂ, ਅਸੀਂ ਫਲਾਣਾ ਕੀਤਾ। ਹੋ ਸਕਦਾ ਕਿਸੇ ਵਿਚਾਰੇ ਦੀ ਦੀਵਾਲੀ ਦੀ ਮੌਤ ਹੋਈ ਹੋਵੇ ਘਰ ਦੇ ਵਿੱਚ, ਉਹਨੇ ਦੀਵਾਲੀ ਮਨਾਈ ਨਾ ਹੋਵੇ, ਪਰ ਅਸੀਂ ਕਹਿੰਦੇ ਵੀ ਉਹੀ ਲਿਖੇ। ਨਹੀਂ ਕਰਨਾ ਬੱਚੇ, ਪਲੀਜ਼ ਪਲੀਜ਼। ਹਲੇ ਵੀ ਤੁਸੀਂ BA MA ਤੱਕ ਜਾਣਾ ਹੈ, ਅੱਗੇ ਪੜ੍ਹਨਾ। ਰੱਟੇ ਕਿੰਨੇ ਕੁ ਰੱਟੇ ਲਾਓਗੇ? ਨਾ ਕਰੋ, ਆਪ ਬਣਾ ਕੇ ਪੁਆਇੰਟ ਲਿਖੋ। ਠੀਕ ਹੈ ਜੀ, ਲਿਖ ਲਓਗੇ, ਮੈਨੂੰ ਪਤਾ ਹੈ ਲਿਖ ਲਓਗੇ। ਅਗਲੀ ਚੀਜ਼ ਜਿਹੜੀ ਇਸ ਲੈਸਨ ਦੇ ਵਿੱਚ ਹੋਰ ਕੁਛ ਨਹੀਂ ਹੈ, ਇੱਕ ਕਰਵਾਤੇ, ਰਾਜਨੀਤਿਕ ਦਲਾਂ ਦੀ ਵਿਸ਼ੇਸ਼ਤਾਵਾਂ ਦੱਸਦੀਆਂ, ਗੁਣ ਦੱਸਦੇ, ਰਾਜਨੀਤਿਕ ਦਲਾਂ ਦੇ ਕੰਮ ਦੱਸਦੇ। ਜੇ ਔਗਣ ਆ ਗਏ ਤਾਂ ਹੀ ਸਾਰੇ ਔਗਣ ਨੇ, ਵੀ ਜਿੱਥੇ ਜ਼ਿਆਦਾ ਦਲ ਨੇ ਉਹ ਆਪਸ ਵਿੱਚ ਲੜਾਉਂਦੇ ਨੇ, ਧਰਮ ਦੇ ਆਧਾਰ ਤੇ ਬਣੇ ਦਲ ਨੇ, ਦੇਸ਼ ਦੀ ਨੂੰ ਭੰਗ ਕਰਦੇ ਨੇ, ਭ੍ਰਸ਼ਟਾਚਾਰ ਨੂੰ ਫੈਲਾਉਂਦੇ, ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਠੀਕ ਹੈ, ਅਨੁਸ਼ਾਸਨ ਨਹੀਂ ਬਣਿਆ ਰਹਿਣ ਦਿੰਦੇ। ਜੇ ਗੁਣ ਆ ਗਏ ਤਾਂ ਗੁਣ ਵਾਲੀ ਸਾਈਡ ਹੋ ਜਾਓ, ਸਾਰਿਆਂ ਦੇ ਗੁਣ ਲਿਖ ਦੋ। ਵੀ ਸਰਕਾਰਾਂ ਬਣਾਉਂਦੇ ਨੇ, ਮਜ਼ਬੂਤ ਵਿਰੋਧੀ ਦਲ ਬਣਾਉਂਦੇ ਆ, ਦੇਸ਼ ਲਈ ਏਕਤਾ ਬਣਾਉਂਦੇ ਆ, ਵਿਕਾਸ ਦੇ ਕੰਮ ਕਰਦੇ, ਚੰਗੇ ਵੀ ਆ ਮਾੜੇ ਵੀ। ਇੱਕ ਦਲੀ, ਦੋ ਦਲੀ, ਬਹੁਤ ਦਲੀ ਮੈਂ ਤੁਹਾਨੂੰ ਕਰਵਾਤਾ। ਇੱਕ ਇੰਪੋਰਟੈਂਟ ਚੀਜ਼ ਹੈ ਇਸ ਲੈਸਨ 'ਚ, ਉਹ ਹੈਗਾ ਵਿਰੋਧੀ ਪਾਰਟੀ। ਵਿਰੋਧੀ ਪਾਰਟੀ ਆਪਾਂ ਕਿਹਨੂੰ ਕਹਿੰਦੇ ਆ? ਓਪੋਜੀਸ਼ਨ ਪਾਰਟੀ ਕਿਹਨੂੰ ਕਹਿੰਦੇ ਆ? ਜਿਹੜੀ ਚੋਣਾਂ ਲੜਦੀ ਹੈ, ਚੋਣਾਂ ਜਿੱਤਦੇ ਵੀ ਹੈ ਉਹਦੇ ਬੰਦੇ, ਪਰ ਉਹਨਾਂ ਦੀਆਂ ਓਨੀਆਂ ਸੀਟਾਂ ਨਹੀਂ ਆਉਂਦੀਆਂ ਕਿ ਉਹ ਸਰਕਾਰ ਬਣਾ ਸਕਣ। ਮੇਰਾ ਪੁਆਇੰਟ ਫੋਲੋ ਕਰਕੇ, ਚੋਣਾਂ ਲੜਦੇ ਆ ਵਿਰੋਧੀ ਪਾਰਟੀ ਵਾਲੇ, ਚੋਣਾਂ ਲੜੀਆਂ। ਹੁਣ ਪੰਜਾਬ 'ਚ ਇਲੈਕਸ਼ਨ ਹੋਈ, ਕਾਂਗਰਸ ਨੇ ਵੀ ਲੜੀ, BJP ਨੇ ਵੀ ਲੜੀ, ਅਕਾਲੀਆਂ ਨੇ ਵੀ ਲੜੀ, ਜਿੱਤੇ ਵੀ ਹੈ ਬੰਦੇ, ਪਰ ਇੰਨੇ ਨਹੀਂ ਜਿੱਤੇ ਕਿ ਉਹ ਸਰਕਾਰ ਬਣਾ ਸਕਣ। ਇੰਨੇ ਕਿਹੜੀ ਪਾਰਟੀ ਦੇ ਜਿੱਤੇ? ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ। ਬਾਕੀ ਜਿਹੜੇ ਜਿੱਤੇ ਹੋਏ ਆ ਉਹ ਸਾਰੇ ਕੀ ਹੈ? ਉਹ ਪਾਰਲੀਮੈਂਟ 'ਚ ਬੈਠਣਗੇ, ਉਹ ਵਿਧਾਨ ਸਭਾ 'ਚ ਬੈਠਣਗੇ, ਉਹ ਕੀ ਹੈ? ਵਿਰੋਧੀ ਪਾਰਟੀਆਂ। ਵਿਰੋਧੀ ਪਾਰਟੀ ਦਾ ਬਹੁਤ ਮਹੱਤਵ ਹੈ। ਕੀ ਮਹੱਤਵ ਹੈ? ਨੰਬਰ 1, ਜੇ ਤੁਹਾਡੀ ਵਿਰੋਧੀ ਪਾਰਟੀ ਮਜ਼ਬੂਤ ਹੈ ਤਾਂ ਉਹ ਸਰਕਾਰ ਨੂੰ ਪ੍ਰਸ਼ਨ ਪੁੱਛਦੇ ਨੇ ਮੰਤਰੀਆਂ ਤੋਂ, ਬਣੇ ਹੋਏ ਕਾਨੂੰਨਾਂ ਦੇ ਉੱਤੇ ਬਹਿਸ ਹੁੰਦੀ ਹੈ, ਜੇ ਵਿਰੋਧੀ ਪਾਰਟੀ ਮਜ਼ਬੂਤ ਹੈ। ਜੇ ਵਿਰੋਧੀ ਪਾਰਟੀ ਅੱਛੀ ਹੈ, ਸਰਕਾਰ ਚਤੰਨ ਹੋ ਕੇ ਕੰਮ ਕਰੇਗੀ, ਸ਼ਾਸਕ ਦਲ ਚਤੰਨ ਹੋ ਕੇ ਕੰਮ ਕਰੇਗਾ। ਜੇ ਵਿਰੋਧੀ ਪਾਰਟੀ ਮਜ਼ਬੂਤ ਹੈ, ਸਰਕਾਰ ਜ਼ਿੰਮੇਵਾਰੀ ਨਾਲ ਕੰਮ ਕਰੇਗੀ, ਡਰੇਗੀ ਵਿਰੋਧੀ ਪਾਰਟੀ ਤੋਂ। ਵਿਰੋਧੀ ਪਾਰਟੀ ਲੋਕਾਂ ਦੀਆਂ ਮੰਗਾਂ ਸਰਕਾਰ ਤੱਕ ਪਹੁੰਚਾਉਂਦੀ ਹੈ। ਲੋਕੀ ਕੀ ਚਾਹੁੰਦੇ ਨੇ? ਕੌਣ ਦੱਸਦਾ ਹੈ? ਵਿਰੋਧੀ ਪਾਰਟੀਆਂ। ਸਰਕਾਰ ਨੇ ਕੀ ਨਹੀਂ ਕੀਤਾ, ਇਹ ਜਾਣਕਾਰੀ ਵਿਰੋਧੀ ਪਾਰਟੀਆਂ ਲੋਕਾਂ ਨੂੰ ਦਿੰਦੀਆਂ ਹਨ। ਤੇ ਜੇ ਲੋੜ ਪਵੇ, ਇੱਕ ਸਰਕਾਰ ਟੁੱਟ ਜਾਵੇ ਤਾਂ ਵਿਰੋਧੀ ਪਾਰਟੀ ਨੂੰ ਹੀ ਸਰਕਾਰ ਬਣਾਉਣ ਲਈ ਕਿਹਾ ਜਾਂਦਾ ਹੈ, ਆਲਟਰਨੇਟ ਗਵਰਨਮੈਂਟ ਬਣਾਉਂਦੀ ਹੈ। ਵਿਰੋਧੀ ਪਾਰਟੀ ਦੇ ਜਿਹੜੇ ਮੈਂਬਰ ਹਨ ਉਹ ਚੰਗੇ ਕਾਨੂੰਨਾਂ ਨੂੰ ਬਣਾਉਣ ਦੀ ਸਹਾਇਤਾ ਦਿੰਦੇ ਹਨ। ਕਿੱਦਾਂ? ਜਦੋਂ ਪਾਰਲੀਮੈਂਟ 'ਚ, ਵਿਧਾਨ ਸਭਾ 'ਚ ਕੋਈ ਕਾਨੂੰਨ ਬਣਦਾ, ਉੱਤੇ ਬਹਿਸ ਹੁੰਦੀ, ਸ਼ਾਸਕ ਦਲ ਜੇ ਕਾਨੂੰਨ ਬਣਾ ਰਿਹਾ ਹੁੰਦਾ, ਵਿਰੋਧੀ ਪਾਰਟੀਆਂ ਵੀ ਬਹਿਸ ਕਰਦੀਆਂ ਨੇ, ਪੂਰੀ ਫਿਰ ਬਹੁਮਤ ਦੇ ਨਾਲ ਉਹ ਕਾਨੂੰਨ ਪਾਸ ਹੁੰਦਾ। ਸੋ ਵਿਰੋਧੀ ਪਾਰਟੀ ਵਧੀਆ ਹੈ ਤਾਂ ਵਧੀਆ ਕਾਨੂੰਨ ਵੀ ਬਣਨਗੇ। ਹੁਣ ਇੰਗਲੈਂਡ, ਅਮਰੀਕਾ 'ਚ ਫਾਇਦਾ ਕੀ ਹੈ? ਕਿਉਂ ਇੰਨੇ ਉਹਨਾਂ ਦਾ ਸਿਸਟਮ ਵਧੀਆ? ਕਿਉਂਕਿ ਉਹਨਾਂ ਦੀ ਵਿਰੋਧੀ ਪਾਰਟੀ ਬੜੀ ਮਜ਼ਬੂਤ ਹੈ। ਵਿਰੋਧੀ ਪਾਰਟੀ ਵੀ ਮਜ਼ਬੂਤ ਹੈ, ਉਹ ਆਪੇ ਸਿਸਟਮ ਬੜਾ ਵਧੀਆ। ਕਿਆ ਮਜਾਲ ਹੈ ਸਰਕਾਰ ਗਲਤੀ ਕਰ ਲਵੇ। ਸਾਡੇ ਇੱਥੇ ਕੀ ਹੈ? ਵਿਰੋਧੀ ਸਰਕਾਰ ਵੀ ਕਮਜ਼ੋਰ ਹੁੰਦੀ ਹੈ। ਜੇ ਸਰਕਾਰ ਮਜ਼ਬੂਤ ਹੈ, ਇਸ ਵੇਲੇ ਕੇਂਦਰ 'ਚ ਵੀ ਸਰਕਾਰ ਮਜ਼ਬੂਤ ਹੈ, ਪੰਜਾਬ 'ਚ ਵੀ ਮਜ਼ਬੂਤ ਸਰਕਾਰ ਆ ਗਈ, ਪਰ ਵਿਰੋਧੀ ਪਾਰਟੀ ਕੇਂਦਰ 'ਚ ਵੀ ਕਮਜ਼ੋਰ ਹੈ, ਪੰਜਾਬ 'ਚ ਵੀ ਕਮਜ਼ੋਰ ਹੋਣੀ। ਹੁਣ ਵਿਰੋਧੀ ਪਾਰਟੀ ਜਿੰਨਾ ਮਰਜ਼ੀ ਰੌਲਾ ਪਾ ਲੈਣ, ਨਾ ਤਾਂ ਕੇਂਦਰੀ ਸਰਕਾਰ ਉਹਨਾਂ ਦੀ ਸੁਣਦੀ ਹੈ, ਨਾ ਪੰਜਾਬ ਸਰਕਾਰ ਨੇ ਉਹਨਾਂ ਦੀ ਸੁਣਨੀ। ਮੰਨ ਲਓ ਮੇਰੀਆਂ 50 ਸੀਟਾਂ ਨੇ, ਮੈਂ ਸਰਕਾਰ ਬਣਾਈ ਬੈਠੀ ਹਾਂ, ਪਰ ਮੈਨੂੰ ਪਤਾ ਮੇਰੀ ਪਾਰਲੀਮੈਂਟ ਦੇ ਵਿੱਚ ਦੂਜੀ ਪਾਰਟੀ 40 ਸੀਟਾਂ ਲੈ ਕੇ ਬੈਠੀ ਹੈ। ਜੇ ਮੈਂ 50 ਬੰਦੇ ਲੈ ਕੇ ਬੈਠੀ ਹਾਂ, ਉਹਦੇ ਕੋਲ ਵੀ 40 ਨੇ, ਮੈਂ ਤਾਂ ਡਰੂੰਗੀ। ਮੈਂ ਕੋਈ ਵੀ ਗਲਤ ਕਾਨੂੰਨ ਪਾਸ ਨਹੀਂ ਕਰੂੰਗੀ, ਮੈਂ ਕੁਝ ਵੀ ਗਲਤ ਨਹੀਂ ਕਰੂੰਗੀ, ਕਿਉਂਕਿ ਮੈਨੂੰ ਪਤਾ ਮੇਰੀ ਵਿਰੋਧੀ ਪਾਰਟੀ ਸਟਰੋਂਗ ਬੈਠੀ ਹੈ। ਪਰ ਜੇ ਮੈਂ 50 ਸੀਟਾਂ ਲੈ ਕੇ ਬੈਠੀ ਹਾਂ,
ਮੇਰੀ ਵਿਰੋਧੀ ਪਾਰਟੀ ਦੀਆਂ 10 ਸੀਟਾਂ ਨੇ, 8 ਸੀਟਾਂ ਨੇ, ਫਿਰ ਮੈਂ ਕੀ ਹੈ? ਫਿਰ ਮੈਂ ਕਿਹੜਾ ਬੋਲੀ ਜਾਣ ਦੇ ਇਹਨਾਂ ਨੂੰ। ਮੇਰੀ ਗੱਲ ਸਮਝ ਆ ਗਈ? ਫਿਰ ਨਹੀਂ ਮੈਂ ਇਹਨਾਂ ਦੀ ਪਰਵਾਹ ਕਰਨੀ। ਕਈ ਵਾਰ ਤੁਸੀਂ ਦੇਖੋ ਸਾਡੀ ਕੇਂਦਰੀ ਸਰਕਾਰ ਪਰਵਾਹ ਨਹੀਂ ਕਰਦੀ ਵਿਰੋਧੀ ਪਾਰਟੀਆਂ ਦੀ। ਐਡੇ-ਐਡੇ ਵੱਡੇ ਕਾਨੂੰਨ ਪਾਸ ਕਰਤੇ। ਕਿਉਂ? ਕਿਉਂਕਿ ਉਹ ਮੈਜੋਰਟੀ 'ਚ ਬੈਠੇ ਨੇ। ਸੋ ਵਿਰੋਧੀ ਪਾਰਟੀ ਜੇ ਆਪਾਂ ਲੋਕਤੰਤਰ ਵਧੀਆ ਚਲਾਉਣਾ ਹੈ ਤਾਂ ਸਾਡੀ ਵਿਰੋਧੀ ਪਾਰਟੀ ਵਧੀਆ ਹੋਣੀ ਚਾਹੀਦੀ ਹੈ। ਅੱਛਾ, ਫਿਰ ਅਗਲੀ ਗੱਲ ਕੀ ਹੈ? ਜੇ ਸਰਕਾਰ ਦੀ ਕੱਢਣੀ, ਜੇ ਸਰਕਾਰ ਚੰਗਾ ਕਾਨੂੰਨ ਬਣਾ ਰਹੀ ਹੈ ਤਾਂ ਵੀ ਨਿੰਦਾ ਕਰੀ ਜਾਣੀ, ਜੇ ਮਾੜਾ ਬਣਾ ਰਹੀ ਹੈ ਫਿਰ ਤਾਂ ਕਰਨੀ ਕਰਨੀ ਹੈ। ਕਦੇ ਨਹੀਂ ਮੈਂ ਕਦੇ ਆਪਣੀ ਵਿਰੋਧੀ ਪਾਰਟੀਆਂ ਨੂੰ ਨਹੀਂ ਦੇਖਿਆ ਕਦੇ ਤਾਂ ਖੜੇ ਹੋ ਕੇ ਇਹ ਗੱਲ ਕਹਿਣ ਵੀ ਆਹ ਕੰਮ ਸਰਕਾਰ ਨੇ ਬਹੁਤ ਅੱਛਾ ਕੀਤਾ। ਕਿਸੇ ਨਾਲ ਸਾਡਾ ਵਿਰੋਧ ਹੋ ਸਕਦਾ ਹੈ, ਪਰ ਜਿਹੜੀ ਗੱਲ ਤੇ ਠੀਕ ਹੈ ਉਹਨੂੰ ਠੀਕ ਵੀ ਤਾਂ ਕਹੋ, ਸਾਰੂ ਆਲੋਚਨਾ ਵੀ ਤਾਂ ਕਰੋ, ਕਦੇ ਕਦੇ ਸ਼ਾਬਾਸ਼ੀ ਵੀ ਦਿਓ। ਕਦੇ ਕਿਸੇ ਵਿਰੋਧੀ ਪਾਰਟੀ ਨੇ ਉੱਠ ਕੇ ਇਹ ਨਹੀਂ ਕਿਹਾ ਵੀ ਹਾਂ ਇਹ ਕੰਮ ਬਹੁਤ ਅੱਛਾ ਕੀਤਾ, ਇਹ ਤਾਂ ਤੁਸੀਂ ਬਹੁਤ ਅੱਛਾ ਕੀਤਾ, ਇਹ ਤਾਂ ਬੜੀ ਸ਼ਲਾਘਾਯੋਗ। ਦੇ ਪੰਜਾਬ ਅਤੇ ਭਾਰਤ ਦੇ ਇਤਿਹਾਸ ਵਿੱਚ ਕੋਈ ਮੈਨੂੰ ਇੱਕ ਅੱਧੀ ਐਗਜ਼ਾਮਪਲ ਦਿਖਾ ਦਿਓ, ਇੱਕ ਅੱਧੀ ਹੋਣੀ ਹੈ ਵੀ ਜਦੋਂ ਸਰਕਾਰ ਨੇ ਕੋਈ ਕੰਮ ਕੀਤਾ ਹੋਵੇ ਤੇ ਵਿਰੋਧੀ ਪਾਰਟੀਆਂ ਨੇ ਤਾੜੀ ਵਜਾਈ ਹੋਵੇ, ਬਹੁਤ ਅੱਛਾ ਕੰਮ ਕੀਤਾ, ਸਾਨੂੰ ਮਾਣ ਹੈ ਸਾਡੀ ਸਰਕਾਰ ਨੇ ਇਹ ਕੰਮ ਕੀਤਾ, ਜੇ ਅਸੀਂ ਹੋਂਦ ਵਿੱਚ ਆਵਾਂਗੇ ਅਸੀਂ ਵੀ ਇਹ ਕੰਮ ਕਰਾਂਗੇ। ਕਦੇ ਆਪਾਂ ਇੱਕ ਦੂਜੇ ਦੀ ਸਿਰ ਚਲਾਣਾ ਕੀ ਕਰ ਵਿਰੋਧੀ ਪਾਰਟੀ ਦੀ ਰਾਜਨੀਤੀ ਵਿੱਚ ਕੀ ਭੂਮਿਕਾ ਹੈ, ਸਮਝ ਆ ਗਈ? ਸੋ ਇਹ ਕੁਐਸਚਨ ਸਾਹਿਬ ਦੇ ਨਾਲ ਦਲ ਪ੍ਰਣਾਲੀ ਮੈਂ ਕੰਪਲੀਟ ਕਰ ਦਿੱਤੀ ਹੈ। ਠੀਕ ਹੈ ਜੀ। ਸੋ ਦਲ ਪ੍ਰਣਾਲੀ ਵਾਲੇ ਦੋਨੋਂ ਚੈਪਟਰ ਤੁਸੀਂ YouTube ਚੈਨਲ ਤੋਂ ਆਪਣੇ ਦੇਖ ਸਕਦੇ ਹੋ। ਹੁਣ ਮੈਂ ਬੱਚਿਆਂ ਦੀ ਡਿਮਾਂਡ ਦੇ ਉੱਤੇ, ਕਿਉਂਕਿ ਮੇਰੀ ਰਿਕਾਰਡਿੰਗ ਨਹੀਂ ਹੋ ਸਕੀ, ਕਈ ਵਾਰ ਕੋਈ ਟੈਕਨੀਕਲ ਪ੍ਰੋਬਲਮ ਆ ਜਾਂਦੀ ਹੈ, ਹਿਊਮਨ ਰਾਈਟਸ ਮੈਂ ਜ਼ਰੂਰ ਭਾਰਤ ਪਾਕਿਸਤਾਨ ਤੇ ਭਾਰਤ ਰੂਸ ਇਹ ਆਲਰੇਡੀ ਮੇਰੇ ਲਈ, ਤੁਸੀਂ ਉਹਨਾਂ ਨੂੰ ਪੜ੍ਹੋ, ਉਹਨਾਂ ਨੂੰ ਸੁਣੋ YouTube ਤੋਂ, ਕਿਤਾਬ ਚੋਂ ਨੰਬਰ ਦੇ 4 ਨੰਬਰ ਦੇ ਕੁਐਸਚਨ ਦੀ ਰਿਵੀਜ਼ਨ ਵੀ ਮੈਂ ਕਰਵਾਵਾਂਗੀ। ਸਾਡੇ ਤੱਕ ਆਖਿਰ ਤੱਕ ਮੈਂ ਤੁਹਾਡੇ ਨਾਲ ਜਾਂ ਤੁਸੀਂ ਸਾਰੇ ਬੱਚੇ ਪਿਆਰ ਨਾਲ ਪੜ੍ਹੋ, ਕੌਨਫੀਡੈਂਸ ਨਾਲ ਪੜ੍ਹੋ, ਮੇਰੇ ਪੜ੍ਹਾਉਣ ਤੋਂ ਬਾਅਦ ਕਿਤਾਬ ਦੇ ਵਿੱਚੋਂ ਵੀ ਜ਼ਰੂਰ ਪੜ੍ਹ ਲਿਆ ਕਰੋ। ਠੀਕ ਹੈ ਜੀ ਬੱਚੇ, ਕਿਸੇ ਵੀ ਗਲਤੀ ਲਈ ਮਾਫੀ ਚਾਹਣੀ ਹੈ ਤੁਹਾਨੂੰ, ਬਹੁਤ 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 ਪਿਆਰ। ਥੈਂਕ ਯੂ ਵੈਰੀ ਮਚ।